ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਪੰਜਾਬ ਦੀ ਉਸ ਪਾਵਨ ਪਵਿੱਤਰ ਧਰਤੀ ਤੇ ਆਪਾਂ ਬੈਠੇ ਹੈਗੇ ਆ ਜਿਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਕਦੀ ਖਾਲਸੇ ਦੇ ਰਾਜ ਹੋਇਆ ਕਰਦੇ ਸਨ। ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਦੀ ਗੱਲ ਕਰਦਾ। ਸਮਾਂ ਬਦਲਿਆ, ਹਾਲਾਤ ਬਦਲੇ, ਉਹ ਰਾਜ ਭਾਗ ਜਾਂਦੇ ਰਹੇ। ਉਸ ਤੋਂ ਬਾਅਦ ਇੱਥੇ ਅੰਗਰੇਜ਼ ਕਾਬਜ ਹੁੰਦੇ ਨੇ। ਅੰਗਰੇਜ਼ਾਂ ਨੂੰ ਇਸ ਮੁਲਕ ਤੋਂ ਬਾਹਰ ਕੱਢਣ ਦੇ ਵਾਸਤੇ 85% ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਜਦੋਂ ਕਹਿੰਦੇ ਕਿ ਮੁਲਕ ਆਜ਼ਾਦ ਹੋ ਗਿਆ 1947 ਤੋਂ ਬਾਅਦ ਸਿੱਖ ਕੌਮ ਆਪਣੇ ਹੱਕਾਂ ਦੇ ਵਾਸਤੇ ਮੁੜ ਸੰਘਰਸ਼ ਕਰਨ ਲੱਗ ਪਈ। ਸਿੱਖਾਂ ਨੂੰ ਉਸ ਵੇਲੇ ਅਹਿਸਾਸ ਹੋਇਆ ਜਦੋਂ ਪੰਜਾਬੀ ਸੂਬੇ ਮੋਰਚੇ ਦੇ ਵਾਸਤੇ ਉਹਨਾਂ ਨੂੰ ਸੰਘਰਸ਼ ਕਰਨਾ ਪਿਆ। ਉਹਨਾਂ ਨੂੰ ਉਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਇੱਕ ਗੁਲਾਮੀ ਦੇ ਵਿੱਚੋਂ ਨਿਕਲ ਕੇ ਤੇ ਦੂਜੀ ਗੁਲਾਮੀ ਦੇ ਵਿੱਚ ਪੈ ਚੁੱਕੇ ਹਾਂ। ਸਾਡੇ ਪੁਰਖਿਆਂ ਆਪਣੇ ਗਲਾਂ ਦੇ ਵਿੱਚ ਫਾਂਸੀਆਂ ਦੇ ਰੱਸੇ ਵੀ ਪਵਾਏ ਸਨ, ਪਰ ਸਾਡੀ ਝੋਲੀ ਦੇ ਵਿੱਚ ਫਿਰ ਦੁਬਾਰਾ ਗੁਲਾਮੀ ਪੈ ਗਈ ਹੈ। ਸੋ ਸਿੱਖ ਕੌਮ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰ ਰਹੀ ਹੈ। ਇੱਕ ਉਹ ਸਮਾਂ ਵੀ ਆਇਆ ਜਿਸ ਸਮੇਂ ਨੂੰ ਹਕੂਮਤਾਂ ਅੱਜ ਵੀ ਕਹਿੰਦੀਆਂ ਨੇ ਕਿ ਕਾਲਾ ਦੌਰ ਸੀ। ਸਾਡੇ ਵੀ ਪਰਿਵਾਰਾਂ ਦੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਉਹ ਕਾਲਾ ਦੌਰ ਸੀ, ਪਰ ਸਿੱਖ ਸੰਘਰਸ਼ੀ ਸਮਝਦੇ ਨੇ ਕਿ ਉਹ ਵਧੀਆ ਦੌਰ ਸੀ। ਮੈਂ ਜਿਸ ਦੌਰ ਦੀ ਗੱਲ ਕਰ ਰਿਹਾ ਉਹ ਹੈ ਖਾੜਕੂ ਸੰਘਰਸ਼ ਦਾ ਦੌਰ। ਵਾਕਈ ਜਦੋਂ ਤੁਸੀਂ ਉਸ ਸਮੇਂ ਵਿੱਚ ਜਾਂਦੇ ਹੋ ਤਾਂ ਉਹ ਕਾਲਾ ਦੌਰ ਨਹੀਂ ਸੀ, ਉਹ ਚਿੱਟਾ ਦੌਰ ਸੀ। ਕਿਉਂ ਨਾ ਉਸ ਦੌਰ ਨੂੰ ਚਿੱਟਾ ਦੌਰ ਕਿਹਾ ਜਾਵੇ, ਜਿਸ ਦੌਰ ਦੇ ਵਿੱਚ ਪੰਜਾਬ ਦੇ ਸੂਰਬੀਰ ਗੱਭਰੂ ਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਆਪਣੇ ਹੱਕਾਂ ਦੀ ਖਾਤਰ ਆਪਣੀ ਜਾਨ ਤਲੀ ਦੇ ਉੱਪਰ ਰੱਖ ਕੇ ਸੰਘਰਸ਼ ਕਰ ਰਹੇ ਹੋਣ। ਉਹ ਭਲਾ ਕਾਲਾ ਦੌਰ ਕਿੱਦਾਂ ਹੋ ਸਕਦਾ ਹੈ? ਪਰ ਉਹਨਾਂ ਨੇ ਕਾਲਾ ਦੌਰ ਕਹਿ ਕੇ ਉਹਨੂੰ ਪ੍ਰਚਾਰਿਆ ਔਰ ਉਸ ਸਮੇਂ ਸਰਕਾਰਾਂ ਨੇ ਖੁੱਲ੍ਹ ਦਿੱਤੀ। ਤੁਸੀਂ ਬੇਅੰਤ ਸਿਉਂ ਕਹਿੰਦੇ ਆ, ਰਵਨੀਤ ਬਿੱਟੂ ਉਹਨਾਂ ਦਾ ਪੋਤਾ, ਬੜਾ ਤੜਫਈਆ ਲੱਗਦਾ ਉਹਨੂੰ। ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਨੇ, ਬੇਅੰਤਾ ਬੁੱਚੜ ਸਿੱਖ ਕੌਮ ਉਹਨੂੰ ਕਹਿੰਦੀ ਹੈ। ਬਾਅਦ ਵਿੱਚ ਸੂਰਬੀਰ ਬਹਾਦਰ ਯੋਧਿਆਂ ਨੇ ਉਹਨੂੰ ਗੱਡੀ ਵੀ ਚਾੜ ਦਿੱਤਾ ਸੀ। ਉਹ ਤੋਂ ਵੀ ਤੁਸੀਂ ਸਾਰੇ ਜਣੇ ਵਾਕਫ ਹੋ। ਸਮੇਂ ਦੀਆਂ ਹਕੂਮਤਾਂ ਨੇ ਖੁੱਲ੍ਹ ਦੇਤੀ। ਉਸ ਵੇਲੇ ਦੇ DGP ਇੱਥੇ KPS ਗਿੱਲ ਵਰਗਿਆਂ ਨੂੰ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਗਈਆਂ। ਔਰ ਜਦੋਂ ਖੁੱਲ੍ਹੀ ਛੁੱਟੀ ਦਿੱਤੀ ਗਈ, ਜਦੋਂ ਸਰਕਾਰ ਸਿਰ ਦੇ ਉੱਪਰ ਬੈਠੀ ਹੋਈ ਹੋਵੇ, ਕੇਂਦਰ ਦੀ ਸਰਕਾਰ ਦੀ ਵੀ ਪੂਰੀ ਸ਼ਹਿ ਹੋਵੇ, ਤਾਂ ਫਿਰ ਆਪਣੇ ਇੱਥੇ ਮੋਢਿਆਂ ਦੇ ਉੱਪਰ ਫੀਤੀਆਂ ਲਵਾਉਣ ਵਾਸਤੇ ਜਿਹੜੇ ਥੱਲੜੇ ਲੈਵਲ ਦੇ ਪੁਲਿਸ ਵਾਲੇ ਹੁੰਦੇ ਨੇ ਉਹ ਵੀ ਯਤਨਸ਼ੀਲ ਹੋ ਜਾਂਦੇ ਨੇ। ਅੱਜ ਮੈਂ ਤੁਹਾਨੂੰ ਦੱਸਦਾ ਇੱਕ ਇੱਦਾਂ ਦੀ ਹੀ ਕਹਾਣੀ ਕਿ ਉਹਨਾਂ ਨੇ ਆਪਣੇ ਮੋਢਿਆਂ ਦੇ ਉੱਪਰ ਫੀਤੀਆਂ ਲਵਾਉਣ ਦੇ ਵਾਸਤੇ ਕੀ ਕੁਝ ਕੀਤਾ। ਮੇਰੇ ਨਾਲ ਆ ਨੌਜਵਾਨ ਬੈਠਾ, ਤੁਸੀਂ ਦੇਖ ਸਕਦੇ ਹੋ, ਹੱਥ ਦੇ ਵਿੱਚ ਇੱਕ ਫੋਟੋ ਫੜੀ ਹੋਈ ਹੈ। ਇਹ ਫੋਟੋ ਬਾਰੇ ਵੀ ਮੈਂ ਤੁਹਾਨੂੰ ਦੱਸੂੰਗਾ, ਇਸ ਨੌਜਵਾਨ ਦੇ ਬਾਰੇ ਵੀ ਦੱਸੂੰਗਾ। ਇੱਧਰ ਮਾਤਾ ਜੀ ਬੈਠੇ ਹੈਗੇ ਨੇ, ਉਹਨਾਂ ਦੇ ਹੱਥ ਵਿੱਚ ਇੱਕ ਫੋਟੋ ਫੜੀ ਹੋਈ ਹੈ, ਤੁਸੀਂ ਉਹ ਵੀ ਦੇਖ ਸਕਦੇ ਹੋ। ਥੱਲੇ ਲਿਖਿਆ ਹੋਇਆ ਵੇਅਰ ਇਜ਼ ਹੀ। ਸ਼ਾਇਦ ਇਹਦਾ ਮਤਲਬ, ਮੈਂ ਜਿੰਨਾ ਕੁ ਅੰਗਰੇਜ਼ੀ ਜਾਣਦਾ ਹੈਗਾ, ਭਈ ਇਹ ਕਿੱਥੇ ਹੈ ਨੌਜਵਾਨ, ਕਿੱਥੇ ਹੈ ਦਾ ਮਤਲਬ, ਕਿੱਥੇ ਹੈ ਦਾ ਭਾਵ ਕਿ ਉਹ ਲਾਪਤਾ ਹੈ। ਕਿਉਂ ਲਾਪਤਾ ਹੈ? ਅੱਛਾ, ਤੁਸੀਂ 2 ਦਿਨ ਪਹਿਲਾਂ ਦੇਖਿਆ ਹੋਊਗਾ ਕਿ 3 ਪੁਲਿਸ ਵਾਲਿਆਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਿਸ ਕੇਸ ਦੇ ਵਿੱਚ ਸਜ਼ਾ ਸੁਣਾਈ ਹੈ ਭਲਾ? ਉਹਨਾਂ ਨੇ ਉਹਨਾਂ ਸਮਿਆਂ ਦੇ ਦੌਰਾਨ ਜਿਹੜੇ ਤਾਂ ਸੰਘਰਸ਼ੀ ਸੀਗੇ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸਿੱਖਾਂ ਨੂੰ ਉਸ ਗੱਲ ਦਾ ਕੋਈ ਰੋਸ ਨਹੀਂ ਹੈ, ਪਰ ਬਹੁਤ ਸਾਰੇ ਇੱਦਾਂ ਦੇ ਨੌਜਵਾਨ ਜਿਹੜੇ ਸੰਘਰਸ਼ ਦਾ ਭਾਵੇਂ ਹਿੱਸਾ ਨਹੀਂ ਵੀ ਸੀਗੇ, ਪਰ ਉਹਨਾਂ ਨੂੰ ਵੀ ਪੁਲਿਸ ਨੇ ਘਰਾਂ ਵਿੱਚੋਂ ਚੁੱਕ ਕੇ ਉਹਨਾਂ ਦੇ ਫੇਕ ਐਨਕਾਊਂਟਰ ਕਰ ਦਿੱਤੇ। ਔਰ ਬਹੁਤ ਸਾਰੇ ਨੌਜਵਾਨ ਇੱਦਾਂ ਦੇ ਸੀਗੇ, ਅੱਜ ਵੀ ਮਾਵਾਂ ਉਡੀਕਦੀਆਂ ਨੇ ਕਿ ਸਾਨੂੰ ਪਤਾ ਨਹੀਂ ਸਾਡਾ ਪੁੱਤ ਕਿੱਥੇ ਹੈ, ਕਿਉਂਕਿ ਆਪਣੇ ਹੱਥੀਂ ਸੰਸਕਾਰ ਨਹੀਂ ਕੀਤਾ ਹੈਗਾ। ਉਹ ਚਾਹੁੰਦੀਆਂ ਨੇ ਘੱਟੋ ਘੱਟ ਸਾਨੂੰ ਡੈਥ ਸਰਟੀਫਿਕੇਟ ਹੀ ਦੇ ਦਿਓ। ਡੈਥ ਸਰਟੀਫਿਕੇਟ ਵੀ ਨਹੀਂ ਮਿਲੇ। ਜਸਵੰਤ ਸਿੰਘ ਖਾਲੜਾ 25,000 ਲਾਵਾਰਿਸ ਲਾਸ਼ਾਂ ਦਾ ਮਾਮਲਾ ਸਾਹਮਣੇ ਲੈ ਕੇ ਆਉਣ ਵਾਲੇ 25,001ਵੀਂ ਉਹਨਾਂ ਨੂੰ ਲਾਸ਼ ਬਣਾ ਦਿੱਤਾ ਜਾਂਦਾ ਹੈ। ਸ਼ਾਇਦ ਇੱਦਾਂ ਦਾ ਹੀ ਇੱਕ ਇਹ ਨੌਜਵਾਨ ਹੈ। ਸੋ ਉਹ ਜਿਹੜੇ 3 ਪੁਲਿਸ ਵਾਲੇ ਨੇ 31 ਵਰਿਆਂ ਬਾਅਦ 31, ਜਿਹਨਾਂ ਨੂੰ 31 ਮੈਂ ਅੰਗਰੇਜ਼ੀ ਬੋਲ ਕੇ ਦੱਸ ਰਿਹਾ, 31 ਈਅਰਸ ਦੇ ਬਾਅਦ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਜੇ ਸਿੱਖ ਕਿਸੇ ਵੀ ਵਜ੍ਹਾ ਕਰਕੇ ਕ੍ਰਾਈਮ ਕਰਦਾ, ਇੰਦਰਾ ਗਾਂਧੀ ਨੂੰ ਜਿਹਨਾਂ ਨੇ ਗੱਡੀ ਚਾੜਿਆ ਸੀ, ਉਂਗਲਾਂ ਦੇ ਪੋਟਿਆਂ ਦੇ ਗਿਣ ਕੇ ਦੇਖ ਲਓ ਕਿੰਨੇ ਕੁ ਮਹੀਨਿਆਂ ਬਾਅਦ ਸਜ਼ਾ ਸੁਣਾਤੀ ਗਈ ਸੀਗੀ। ਫਾਂਸੀ ਦੇ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਆਪਾਂ ਸਾਰੇ ਜਣੇ ਜਾਣਦੇ ਆ ਬੰਦੀ ਸਿੰਘ ਜਿਨ੍ਹਾਂ ਵਾਸਤੇ ਸੰਘਰਸ਼ ਚੱਲਦਾ, ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਅੱਜ ਵੀ ਭਾਰਤ ਦੀਆਂ ਅੱਡ-ਅੱਡ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਧਰ ਟਾਈਟਲਰ ਵੜ ਗਏ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਦਿੱਲੀ ਦੇ ਵਿੱਚ ਨਵੰਬਰ ਦੇ ਵਿੱਚ 39 ਵਰਿਆਂ ਬਾਅਦ ਕੋਰਟ 'ਚ ਚਲਾਨ ਪੇਸ਼ ਹੁੰਦਾ, ਕੇਵਲ ਚਲਾਨ ਪੇਸ਼ ਹੁੰਦਾ। ਉਸ ਤੋਂ ਬਾਅਦ ਕਦੋਂ ਕੇਸ ਚੱਲੂਗਾ ਤਦ ਤੱਕ ਉਹਨੇ ਆਪਣੀ ਜ਼ਿੰਦਗੀ ਭੋਗ ਕੇ ਤੁਰ ਜਾਣਾ। ਪਰ ਸਿੱਖਾਂ ਦੇ ਨਾਲ ਸਾਰਾ ਕੁਝ ਵਾਪਰ ਰਿਹਾ। ਮਾਤਾ ਜੀ ਨਾਲ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਉਮਰ ਕੈਦ ਦੀ ਜਿਹਨਾਂ ਨੂੰ ਸਜ਼ਾ ਹੋਈ ਹੈ 31 ਵਰੇ ਕਿਸ ਤਰੀਕੇ ਨਾਲ ਬੀਤੇ, ਔਰ ਜਦੋਂ ਇਸ ਪੁੱਤ ਨੂੰ ਲਾਪਤਾ ਕਰ ਦਿੱਤਾ ਗਿਆ ਸੀਗਾ ਉਸ ਵੇਲੇ ਉਮਰ ਕਿੰਨੀ ਸੀ ਹਰਜੀਤ ਸਿੰਘ ਹੁਣਾਂ ਦੀ, ਔਰ ਕਿੱਦਾਂ ਦੇ ਹਾਲਾਤ ਸੀ ਉਸ ਵੇਲੇ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮਾਤਾ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਜੀਤ ਕੌਰ ਆ। ਮਾਤਾ ਜੀ, 31 ਵਰੇ ਪਹਿਲਾਂ ਦੀ ਘਟਨਾ ਹੈ ਸਾਰੀ, ਜਦੋਂ ਤੁਹਾਡੇ ਪੁੱਤ ਨੂੰ, ਮੈਨੂੰ ਦੱਸਿਓ ਥੋੜ੍ਹਾ ਜਿਹਾ ਕੀ ਹੋਇਆ ਸੀ ਉਦੋਂ।
ਕੁਛ ਨਹੀਂ ਹੋਇਆ। ਇਹ ਬੱਸੇ ਆਉਣ ਡਿਆ ਸੀ, ਜੀ ਬੱਸੋਂ ਇਹਨੂੰ ਲਾਇਆ ਗਿਆ ਵਾ ਸਠਿਆਲਿਓਂ, ਜੀ ਤੇ ਠੱਠੀਆਂ ਦੇ ਕੋਲ ਜਾ ਕੇ ਬੱਸ ਦੇ ਅੱਗੇ ਕਰਕੇ ਇਹਨਾਂ ਨੇ ਉਹ ਬੱਸ ਦੇ ਵਿੱਚੋਂ ਕੱਢ ਕੇ ਤੇ ਲੈ ਗਿਆ। ਇਹ ਪੁਲਿਸ ਵਾਲੇ ਰਾਮ ਲਭਾਇਆ ਸੀ। ਅੱਛਾ ਜੀ। ਰਾਮ ਲਭਾਏ ਨੇ ਤੇ ਨਾਲ ਇਹਦੇ ਕੈਟ ਸੀਗੇ, ਮੋਟੂ, ਸਤਬੀਰ ਸਿੰਘ ਉਹਦਾ ਪਨਵਈਆ, ਹੋਰ ਹੋਣਗੇ, ਮੈਨੂੰ ਇਸ ਬਾਰੇ ਨਹੀਂ ਪਤਾ। ਤੇ ਇਹਨੂੰ ਨਾ ਬੱਸ ਵਿੱਚੋਂ ਕੱਢ ਕੇ ਤੇ ਲੈ ਗਿਆ। 2 ਦਿਨ ਸਾਨੂੰ ਨਹੀਂ ਪਤਾ ਲੱਗਾ ਵੀ ਕਿੱਥੇ ਲੈ ਗਿਆ। ਲੱਭਦੇ ਰਹੇ ਆ, ਮੰਮੀ ਗਈ ਆ, ਮੈਂ ਬੱਬ ਕਾਲੇ ਗਈ ਆ, ਉੱਥੇ ਡਿਊਟੀ ਸੀ ਉਹਦੀ DSP ਦੀ, ਦਰਸ਼ਨ ਸਿੰਘ ਮਾਨ ਦੀ ਜੀ। ਉੱਥੇ ਮੈਨੂੰ ਕੋਈ ਨਹੀਂ ਦਿਸਿਆ, ਨਾ ਦਰਸ਼ਨ ਸਿੰਘ ਮਾਨ, ਨਾ ਹੋਰ ਕੋਈ ਸਿਪਾਹੀ। ਇੱਕ ਸਿਪਾਹੀ ਬਾਹਰ ਖੜਾ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹਰਜੀਤ ਸਿੰਘ ਨੂੰ ਤੁਹਾਂ ਲਾ ਕੇ ਲਿਆਂਦਾ ਬੱਸ 'ਚੋਂ? ਆਂਦਾ ਵੀ ਇੱਥੇ ਤਾਂ ਕੋਈ ਹਰਜੀਤ ਸੋ ਨਹੀਂ, ਨਾ ਸਾਨੂੰ ਪਤਾ ਗਿਆ। ਚਲੋ ਮੈਂ ਉਹਨਾਂ ਮੁੜ ਕੇ ਇਕੱਲੀ ਗਈ ਹਾਂ, ਮੈਂ ਇਕੱਲੀ ਆ ਗਈ ਹਾਂ। ਅੱਛਾ। ਬਾਅਦ 'ਚ ਇਹਦਾ ਡੈਡੀ ਦੀ ਡਿਊਟੀ ਸੀ ਸਠਿਆਲੇ। ਪਹਿਲਾਂ ਵੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ, ਉਹ ਕਿਤੇ ਕੰਮ ਗਏ ਸੀ। ਮੁੜ ਕੇ ਆਉਂਦੀ ਨੇ ਮੈਂ ਇਹਨਾਂ ਨੂੰ ਫੇਰ ਟੱਕਰੀਆਂ। ਜੈ ਸਾਹਿਬ ਨੂੰ, ਮੇਰਾ ਘਰ ਵਾਲਾ ਜੈ ਦੀ ਪੋਸਟ 'ਤੇ ਸੀ ਬਿਜਲੀ ਬੋਰਡ 'ਚ। ਜੀ। ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਜੀ ਤੁਸੀਂ ਹਰਜੀਤ ਦਾ ਤੁਹਾਨੂੰ ਪਤਾ ਲੱਗਾ ਵਾ, ਬੱਸ ਤੋਂ ਲਾਇਆ ਵਾ? ਆਂਦਾ ਵੀ ਮੈਨੂੰ ਇੱਥੇ ਆਣ ਕੇ ਪਤਾ ਲੱਗਾ, ਮੈਂ ਤਾਂ ਕਿਸੇ ਕੰਮ ਗਿਆ ਸੀ ਤੇ ਤਕਾਲਾਂ ਪਈਆਂ ਸੀ ਮੈਨੂੰ। ਆਂਦੇ ਵੀ ਤੂੰ ਘਰ ਨੂੰ ਚੱਲ ਜਾ, ਮੈਂ ਪਤਾ ਕਰਦਾ ਹਾਂ। ਚਲੋ ਇਹਨਾਂ ਨੇ ਜਾ ਕੇ ਤੇ ਉੱਥੇ ਇੱਧਰ ਉੱਧਰ ਪੁੱਛ ਗਿੱਛ ਕੀਤੀ, ਨਹੀਂ ਇਹਨਾਂ ਨੂੰ ਕੁਛ ਲੱਭਾ, ਨਹੀਂ ਪਤਾ ਲੱਗਾ। ਅਗਲੇ ਦਿਨ ਇਹਨਾਂ ਨੇ ਫਿਰ ਰਾਤ ਇਹਨਾਂ ਨੇ ਕੀ ਘਰ ਆਉਣਾ ਸੀ, ਇਹਦੇ ਘਰ ਆਏ ਹੀ ਨਹੀਂ। ਉੱਥੇ ਦਫ਼ਤਰੇ ਹੀ ਕਿਤੇ ਮੁੰਡਿਆਂ ਨੂੰ ਪੁੱਛ ਗਿੱਛ ਵੀ ਕਿੱਧਰ ਨੂੰ ਲੈ ਕੇ ਗਏ ਆ, ਕਿੱਧਰ ਗਏ ਆ, ਕਿੱਧਰ ਨੂੰ ਲਾਇਆ ਵਾ, ਕਾਹਦੇ 'ਤੇ ਖੜਿਆ ਵਾ, ਕੋਈ ਪਤਾ ਨਹੀਂ ਲੱਗਾ। ਅਗਲੇ ਦਿਨ ਸਾਨੂੰ ਫਿਰ ਪਤਾ ਲੱਗਾ ਵੀ ਰਾਮ ਲਭਾਏ ਨੇ ਗੱਗੜ ਭਾਣੇ ਲਾ ਕੇ ਆਂਦਾ। ਤੇ ਅਗਲੇ ਦਿਨ ਜਾ ਕੇ ਤੇ ਰਾਮ ਲਭਾਏ ਨੂੰ ਅਸੀਂ ਮਿਲੇ ਹਾਂ। ਰਾਮ ਲਭਾਏ ਨੇ ਸਾਨੂੰ 30,000 ਦੀ ਡਿਮਾਂਡ ਕੀਤੀ ਹੈ। ਅੱਛਾ। ਕਿ ਮੈਨੂੰ 30,000 ਦਿਓ, ਮੈਂ ਤੁਹਾਡਾ ਮੁੰਡਾ ਛੱਡ ਦੂੰਗਾ। ਅੱਛਾ। ਅੱਛਾ। ਅਗਲੇ ਦਿਨ ਅਸੀਂ ਉਹਨਾਂ ਨੂੰ ਪੈਸੇ ਦੇਣ ਗਏ, ਮੈਂ ਤੇ ਮੇਰਾ ਘਰ ਵਾਲਾ, ਅਸੀਂ ਦੋਵੇਂ ਜਣੇ ਗਏ ਹਾਂ। ਅਸੀਂ 30,000 ਰੁਪਈਆ ਦੇ ਕੇ ਉਹਨੂੰ ਤੇ ਉਹਨੂੰ ਆਖਿਆ ਵੀ ਛੱਡ ਸਾਡਾ ਮੁੰਡਾ, ਹੁਣ ਤੂੰ 30 ਮੰਗਿਆ ਤੈਨੂੰ ਦੇ ਤਾ। ਉਹਨੇ ਤਕਾਲਾ ਨੂੰ ਛੱਡ ਦੂੰਗਾ, ਸਵੇਰੇ ਛੱਡ ਦੂੰਗਾ, ਨਹੀਂ ਛੱਡਿਆ। ਦਿਖਾਲਿਆ ਵੀ ਨਹੀਂ, ਕੁਛ ਨਹੀਂ ਕੀਤਾ ਸਾਨੂੰ, ਦਿਖਾਲਿਆ ਤੱਕ ਨਹੀਂ ਗਾ ਕੀ ਉਹਦੇ ਹਾਲਾਤ ਸੀ, ਉਹਦੀ ਸ਼ਕਲ ਵੀ ਨਹੀਂ ਵੇਖੀ। ਤੇ ਫਿਰ ਉਹਨਾਂ ਨੇ ਜਦੋਂ ਸਵੇਰੇ ਗਏ ਆ ਨਾ, ਇਹ ਤੇ ਆਂਦੇ ਵੀ ਅਸੀਂ SHO ਮੈਤੇ ਨੂੰ ਦੇਤਾ, ਸਾਡੇ ਕੋਲ ਨਹੀਂ ਹੈਗਾ। ਇਹ ਫਿਰ ਉਹਦੇ ਦੁਆਲੇ ਹੋਏ ਵੀ ਪੈਸੇ ਤੂੰ ਲੈ ਲਿਆ ਤੇ ਮੇਰਾ ਮੁੰਡਾ ਗਾਂ ਕਿਸ ਤਰ੍ਹਾਂ ਤੋੜ ਦਿੱਤਾ ਤੂੰ। ਚਲੋ ਅਸੀਂ ਉਹਨੂੰ ਕੀ ਕਰ ਲੈਣਾ ਸੀ। ਮੈਤੇ ਗਏ SHO ਨੂੰ ਮਿਲੇ ਆ, ਆਂਦਾ ਮੈਂ ਮਾਲ ਮੰਡੀ ਭੇਜਤਾ। ਗਾਂ ਦੇ ਗਾਂ ਤੁਰੇ ਰਹੇ। ਫਿਰ ਇਹਨਾਂ ਨੂੰ ਦੱਸਿਆ ਵੀ ਮੇਰੇ ਹੁਣ ਹੱਥ ਪੱਲੇ ਕੁਛ ਨਹੀਂ ਗਾ, ਤੇ ਨਾ ਇਹਨਾਂ ਨੇ ਮੈਨੂੰ ਦੇਣਾ ਹੀ ਆ। ਫਿਰ ਇਹਨਾਂ ਨੇ ਜਾ ਕੇ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉੱਥੋਂ ਬਰੈਂਡ ਅਫਸਰ ਆਂਦਾ ਅਗਲੇ ਦਿਨ। 2 ਦਿਨ ਲੰਘੇ, ਇੱਕ ਦਿਨ ਜਾਣ ਇੱਕ ਦਿਨ ਆਉਣ। ਤੇ ਆਣ ਕੇ ਤੇ ਉਹ ਬਰੈਂਡ ਅਫਸਰ ਨੂੰ ਨਾਲ ਲੈ ਕੇ ਫਿਰ ਇਹਨਾਂ ਨੇ ਮਾਲ ਮੰਡੀ ਮਾਰਿਆ ਛਾਪਾ। ਅੱਛਾ। ਉਹਨਾਂ ਨੇ ਸਾਰੇ ਕੁਆੜ ਬੰਦ ਕੀਤੇ ਸੀ। ਇਹਨੂੰ ਧੂ ਕੇ ਲੈ ਕੇ ਅੰਦਰ ਹੈਗਾ ਸੀ। ਅੱਛਾ। ਧੂ ਕੇ ਲੈ ਕੇ, ਪਰ ਸਾਨੂੰ ਨਹੀਂ ਉਹਨਾਂ ਨੇ ਦਿਖਾਇਆ। ਤੇ ਜਦੋਂ ਉਹਨਾਂ ਨੇ ਬੂਹਾ ਖੋਲ੍ਹਿਆ, ਫਿਰ ਬ੍ਰਾਂਡ ਅਫਸਰ ਨੇ ਵੇਖਿਆ ਵੀ ਇੱਥੇ ਕੁਛ ਨਹੀਂ ਹੈਗਾ। ਫਿਰ ਹੋਰ ਵੀ ਥਾਣੇ 'ਚ ਉਹਨਾਂ ਛਾਪੇ ਮਾਰੇ ਆ, ਪਰ ਨਹੀਂ, ਕੁਛ ਨਹੀਂ ਲੱਭਾ। ਚਲੋ ਥਾਣੇਦਾਰ ਉਹ ਚਲਾ ਗਿਆ, ਆਪਣਾ ਜੱਜ ਵੀ ਚਲਾ ਗਿਆ। ਫਿਰ ਇਹਦੇ ਡੈਡੀ ਨੇ ਤੇ ਕਿਤੇ ਪੈਰੀਂ ਜੁੱਤੀ ਨਹੀਂ ਪਾਈ। ਅੱਛਾ। ਵੀ ਕਿਤੇ ਮੈਨੂੰ ਮਿਲ ਜੇ, ਕਿਤੇ ਲੱਭ ਜੇ। ਫਿਰ ਮੈਂ ਆਪਣੇ
ਗਈ ਆ ਆਪਣੇ ਐਸਐਸਬੀ ਦੇ ਦਫ਼ਤਰ। ਉੱਥੇ ਮੈਂ ਤੇ ਮੇਰੀ ਸੱਸ ਗਈਆਂ, ਦੋਵੇਂ ਜਣੀਆਂ। ਮੇਰੀ ਸੱਸ ਨੇ ਆਖਿਆ ਮੇਰਾ ਪੋਤਾ ਚੁੱਕ ਕੇ ਲਿਆਂਦਾ, ਮੈਨੂੰ ਦਿਓ ਜੀ। ਉਹਦੇ ਜਾ ਕੇ ਮਾਤਾ ਭੋਗ ਪਾ ਦਿਓ। ਉਹ ਅੱਛਾ, ਐਸਐਸਪੀ ਨੇ ਕਿਹਾ ਕਿ ਜਾ ਕੇ ਭੋਗ ਪਾ ਦਿਓ। ਜਾ ਕੇ ਭੋਗ ਪਾ ਦਿਓ, ਹੈ ਨਹੀਂ ਤੁਹਾਡਾ ਪੋਤਰਾ ਇੱਥੇ ਕੋਈ। ਇਹ ਸਨ ਕਦੋਂ ਦੀ ਗੱਲ ਆ? ਸਨ 1992। ਹਾਂ 92 ਦੀ। ਉਹ ਹੀ 5-7 ਦਿਨ ਗਾਹ ਲੰਘ ਗਏ ਅਤੇ ਉਸ ਤੋਂ ਬਾਅਦ ਫਿਰ ਸਾਨੂੰ ਘਰ ਖਲੋਣਾ ਨਹੀਂ ਮਿਲਦਾ। ਮਤਲਬ ਤੁਹਾਨੂੰ ਆਪਣਾ ਪੁੱਤ ਦੇ ਮਤਲਬ ਅੰਤਮ ਦਰਸ਼ਨ ਵੀ ਤੁਸੀਂ ਦੇਖ ਵੀ ਨਹੀਂ ਪਾਏ ਨਾ ਜਦੋਂ? ਨਹੀਂ ਹੋਏ। ਅੱਛਾ, ਨਹੀਂ ਹੋਏ। ਉਹਦੇ ਘਰ ਬੱਚਾ ਹੋਇਆ ਸੀ, ਮਿਲਣ ਤੇ ਉਹਨੂੰ ਆਇਆ ਵੇਖਣ। ਅਸੀਂ ਉਹਨੂੰ ਮਨਾ ਕਰਦੇ ਸੀ, ਨਾ ਅਸੀਂ ਪਹਿਲਾਂ ਬਿਜਲੀ ਬੋਰਡ 'ਚ ਉਹ ਕੰਮ ਕਰਦਾ ਸੀ, ਅਸੀਂ ਇੱਥੋਂ ਹਟਾ ਕੇ ਤੇ ਉਹਨੂੰ ਇੰਨਾ ਕੰਮਾਂ 'ਚੋਂ ਅਸੀਂ ਉਹਨੂੰ ਕਰਨਾਟਕਾ ਭੇਜ ਦਿੱਤਾ। ਅਸੀਂ ਆਖਿਆ ਬਿਜਲੀ ਬੋਰਡ 'ਤੇ ਇੱਥੇ ਹੀ ਰਹਿਣਾ ਵਾ, ਤੂੰ ਆਪਣਾ ਆਪ ਬਚਾ। ਹਾਂਜੀ। ਚਲੋ ਉੱਥੇ ਗਿਆ, ਉੱਥੇ 4-5 ਮਹੀਨੇ ਕੰਮ ਕਰਦਾ ਰਿਹਾ ਵਾ। ਉਹਦੇ ਘਰ ਜਵਾਕ ਹੋਇਆ, ਉਹਨੂੰ ਵੇਖਣ ਆ ਗਿਆ। ਜਦੋਂ ਵੇਖਣ ਆਇਆ ਤੇ 2 ਦਿਨ ਰਿਹਾ ਆਪਣੇ ਸਹੁਰੇ। ਤੀਜੇ ਦਿਨ ਇੱਧਰ ਨੂੰ ਆਇਆ ਤੇ ਇੱਥੋਂ ਹੀ ਬੱਸ ਚੋਂ ਲਾ ਲਿਆ। ਘਰ ਨਹੀਂ ਪਹੁੰਚਿਆ। ਘਰ ਨਹੀਂ ਪਹੁੰਚਿਆ। ਕਿੰਨਾ ਕੁ ਸਮਾਂ ਹੋਇਆ ਸੀ ਵਿਆਹ ਹੋਏ ਨੂੰ? ਵਿਆਹ ਨੂੰ ਇੱਕ ਬੱਚਾ ਉਹਦਾ 2 ਸਾਲਾਂ ਦਾ ਸੀ, ਹਾਂ ਜਿਹੜਾ, ਤੇ ਦੂਜਾ ਹੋਇਆ ਸੀ 3 ਕੁ ਸਾਲ ਸੀ, 3.5 ਸਾਲ। ਹਾਂ ਇੰਨਾ ਕੁ ਸੀ। ਤੇ ਉਹ ਚੱਲ ਆਪਣਾ ਉਹਨੇ ਕਾਕਾ ਵੇਖਿਆ ਨਾ, ਉਹਨੇ ਆਂਦਾ ਵੀ ਨਾ ਇਹਦਾ ਗੁਰਪ੍ਰੀਤ ਰੱਖਣਾ। ਹੀ ਆਖਿਆ ਜੋ ਰੱਖਣਾ ਰੱਖ ਲਓ। ਹਾਂਜੀ। ਚਲੋ ਉੱਥੋਂ ਨਾ ਇਹ ਆਉਂਦਾ ਨਾਲ ਹੀ ਇਹਦੇ ਘਰ ਦੀ ਆਈ ਆ, ਘਰ ਦੀ ਘਰ ਆ ਗਈ ਆ। ਇਹ ਉੱਥੇ ਸਠਿਆਲੇ ਹੋਈ ਬੱਸੋਂ ਲਾ ਲਿਆ। ਤੇ ਅਸੀਂ ਉਹਨੂੰ ਗੁੱਸੇ ਹੁੰਦੇ ਵੀ ਤੂੰ ਜੇ ਲਿਆਂਦਾ ਸੀ ਨਾਲ ਤੇ ਪਹਿਲੀ ਗੱਲ ਨਾਲ ਲਿਆਉਣਾ ਨਹੀਂ, ਤੇ ਜੇ ਲੈਂਦਾ ਸੀ ਤੂੰ ਉਹਨੂੰ ਸਿੱਧਾ ਘਰ ਲਿਆਉਣਾ ਸੀ। ਚਲੋ ਇੱਧਰ ਆਲ ਵੱਲ ਹੁੰਦੇ ਤੇ ਆਪਾਂ ਟਾਈਮ ਪਾਸ ਕਰ ਲੈਂਦੇ, ਪਰ ਨਹੀਂ, ਉਹ ਸਾਡੇ ਮੱਥੇ ਹੀ ਨਹੀਂ ਲੱਗਾ। ਸਾਨੂੰ ਨਹੀਂ ਮਿਲਿਆ, ਉਹ ਜਿਉਂ ਕਰੋ ਗਿਆ ਨਹੀਂ ਮਿਲਿਆ। ਮੈਨੂੰ ਲੱਗਦਾ ਕਿ ਇੱਕ ਮਾਂ ਦਾ ਦਰਦ ਤੁਸੀਂ ਸਮਝ ਸਕਦੇ ਹੋ। ਅੱਖਾਂ ਦੇ ਵਿੱਚ ਹੰਝੂ ਵੀ ਹੈਗੇ ਨੇ, ਭਾਵੇਂ 31 ਵਰ੍ਹੇ ਬੀਤ ਚੁੱਕੇ ਨੇ। 31 ਵਰ੍ਹੇ ਥੋੜ੍ਹੇ ਨਹੀਂ ਹੁੰਦੇ ਹੈਗੇ। ਮੈਨੂੰ ਲੱਗਦਾ ਕਿ ਇੱਕ ਦੂਜੀ ਪੀੜ੍ਹੀ ਆ ਜਾਂਦੀ ਹੈਗੀ ਆ, 3 ਦਹਾਕੇ ਬੀਤ ਜਾਂਦੇ ਨੇ, 4ਥਾ ਦਹਾਕਾ ਸ਼ੁਰੂ ਹੋ ਜਾਂਦਾ ਹੈਗਾ 31 ਵਰ੍ਹਿਆਂ ਬਾਅਦ। ਇਨਸਾਫ। ਮੈਂ ਇਹਨਾਂ ਦਾ ਦੂਜਾ ਬੇਟਾ ਵੀ ਹੈਗਾ, ਹਰਜੀਤ ਸਿੰਘ ਹੋਰਾਂ ਦਾ ਬ੍ਰਦਰ। ਹਰਜੀਤ ਸਿੰਘ ਦਾ ਬੇਟਾ ਆ ਮੇਰੇ ਨਾਲ ਹੈਗਾ। ਉਸ ਵੇਲੇ ਆਪਾਂ ਅੰਦਾਜ਼ਾ ਲਾ ਸਕਦਾ 31 ਕੁ ਵਰ੍ਹੇ ਪਹਿਲਾਂ ਕਿੰਨੀ ਕੁ ਉਮਰ ਹੋਊਗੀ। ਮੈਂ ਮਾਤਾ ਜੀ ਦਾ ਜਿਹੜਾ ਦੂਜਾ ਵੱਡਾ ਬੇਟਾ ਹੈਗਾ, ਹਰਜੀਤ ਸਿੰਘ ਹੋਰਾਂ ਦਾ ਬ੍ਰਦਰ, ਉਹਨਾਂ ਦੇ ਨਾਲ ਵੀ ਮੈਂ ਤੁਹਾਡੀ ਗੱਲਬਾਤ ਕਰਵਾਊਂਗਾ। ਕਿਉਂਕਿ ਜਦੋਂ 31 ਵਰ੍ਹੇ ਜਦੋਂ ਘਰ ਦੇ ਵਿੱਚ ਇਦਾਂ ਦਾ ਹਾਦਸਾ ਵਾਪਰਦਾ ਹੈਗਾ ਤਾਂ ਪਿੱਛੇ ਪਰਿਵਾਰ ਨੂੰ ਕਿੰਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਔਰ ਜਦੋਂ ਸਰਕਾਰਾਂ ਉਹਨਾਂ ਲੋਕਾਂ ਦੀਆਂ ਪਿੱਠ ਦੇ ਉੱਪਰ ਖੜੀਆਂ ਹੋਣ ਜਿਨ੍ਹਾਂ ਲੋਕਾਂ ਨੇ ਇਹ ਇੱਦਾਂ ਦੀਆਂ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੋਊਗਾ, ਤਾਂ ਤੁਸੀਂ ਆ ਦੇਖੀ ਹੋਣੀ ਹੈ ਕਿ ਇੰਟਰਵਿਊ ਜਿਹੜਾ ਉਹ ਡੀਐਸਪੀ ਜਦੋਂ ਗੱਲ ਕਰਦਾ, ਪੱਤਰਕਾਰ ਸਵਾਲ ਕਰਦਾ ਤੇ ਉਹ ਜਵਾਬ ਦਿੰਦਾ, ਕਹਿੰਦਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈ। ਮੈਂ ਹੈਰਾਨ ਹੋ ਰਿਹਾ ਸੀ ਉਹਦੀ ਇੰਟਰਵਿਊ ਸੁਣ ਕੇ। ਇੱਕ ਪੱਤਰਕਾਰ ਹੋਣ ਦੇ ਨਾਤੇ ਇਨਸਾਨ ਵੀ ਆਪਾਂ, ਸਾਡੇ ਅੰਦਰ ਇੱਕ ਦਿਲ ਨਾਂ ਦੀ ਵੀ ਕੋਈ ਚੀਜ਼ ਧੜਕਦੀ ਹੈ। ਉਹ ਹਾਲੇ ਵੀ ਇਹ ਗੱਲ ਕਹਿ ਰਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈ। ਇੱਕ ਮਾਂ ਦੇ ਕੋਲੋਂ ਬੇਟਾ ਜਿਹੜਾ ਕਿ ਦੁਬਾਰਾ ਪਰਿਵਾਰ ਨੂੰ ਦੇਖਣਾ ਹੀ ਨਸੀਬ ਨਹੀਂ ਹੋਇਆ, ਅੰਤਮ ਸੰਸਕਾਰ ਵੀ ਉਹ ਆਪਣੇ ਹੱਥੀਂ ਨਹੀਂ ਕਰ ਸਕੇ। ਇੰਨਾ ਕੁਝ ਵਾਪਰ ਗਿਆ। ਭਾਰਤ ਦੀ ਇਸੇ ਹੀ ਅਦਾਲਤ ਨੇ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਔਰ ਉਹਨੂੰ ਦੋਸ਼ੀ ਪਾਇਆ ਕਿ ਉਹ ਫੇਕ ਐਨਕਾਊਂਟਰ ਕਰਨ ਦੇ ਵਿੱਚ ਉਹਦਾ ਹੱਥ ਸੀਗਾ। ਉਹ ਫਿਰ ਵੀ ਕਹਿ ਰਿਹਾ ਹੈਗਾ, ਇੰਨਾ ਕੁਝ ਕਰਕੇ ਵੀ ਉਹ ਕਹਿ ਰਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈਗਾ। ਭਾਵ ਕਿ ਉਹਨੇ ਜੋ ਕੁਝ ਕੀਤਾ ਹੈਗਾ, ਭਾਵ ਕਿ ਇੱਕ ਮਾਂ ਦੇ ਪੁੱਤ ਨੂੰ ਉਹਨੇ ਸਾਹਮਣੇ ਵੀ ਨਹੀਂ ਆਉਣ ਦਿੱਤਾ ਹੈਗਾ। ਜਦੋਂ ਸਠਿਆਲੇ ਗੱਡੀ ਦੇ ਵਿੱਚੋਂ ਲਾਇਆ, ਬੱਸ ਦੇ ਵਿੱਚੋਂ ਲਾਇਆ, ਉਹ ਫਿਰ ਵੀ ਕਹਿ ਰਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈਗਾ। ਇੱਦਾਂ ਦੇ ਅਫਸਰ ਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਤੁਸੀਂ ਕੀ ਕਹਿ ਸਕਦੇ ਹੋ ਇੱਦਾਂ ਦੇ ਅਫਸਰ ਨੂੰ। ਉਹਨਾਂ ਦੇ ਪਰਿਵਾਰ ਵਾਲੇ ਵੀ ਜ਼ਰੂਰ ਮੇਰੀ ਗੱਲ ਸੁਣਦੇ ਹੋਣਗੇ। ਮੈਂ ਉਹਨਾਂ ਦੇ ਗਾਂ ਬੱਚੇ ਹੋਣਗੇ, ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਪਾਪਾ ਜੀ ਅੱਜ ਵੀ ਕਹਿ ਰਹੇ ਨੇ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈ। ਤੁਸੀਂ ਆਪਣੇ ਪਿਤਾ ਜੀ ਨੂੰ ਸਮਝਾਉਣਾ ਚਾਹੋਗੇ? ਮਿਲੋ ਜੇਲ੍ਹ ਦੇ ਵਿੱਚ, ਉਹਨਾਂ ਨਾਲ ਗੱਲ ਕਰਿਓ ਜ਼ਰੂਰ। ਮੈਂ ਆ ਬੱਚਾ ਜਿਹੜਾ ਕਿ ਸ਼ਾਇਦ ਉਸ ਵੇਲੇ 1.5 ਸਾਲ ਦੀ ਉਮਰ ਹੋਏਗੀ ਤੁਹਾਡੀ। ਹਾਂਜੀ ਸਰ, ਮੇਰਾ ਨਾਮ ਰਾਮਪ੍ਰੀਤ ਸਿੰਘ ਆ। ਮੈਂ ਹਰਜੀਤ ਸਿੰਘ ਦਾ ਵੱਡਾ ਬੇਟਾ ਜੀ। ਜੀ ਜੀ। ਤੁਹਾਡੀ ਉਮਰ ਮੇਰਾ ਖਿਆਲ ਉਸ ਵੇਲੇ ਤੁਹਾਨੂੰ 1.5 ਸਾਲ ਦੀ? ਹਾਂਜੀ ਸਰ, ਮੈਂ 1.5 ਸਾਲ ਮੇਰੀ ਉਮਰ ਸੀ ਉਸ ਟਾਈਮ 'ਤੇ, ਜਦੋਂ ਮੇਰੇ ਫਾਦਰ ਸਾਹਿਬ ਨੂੰ ਬੱਸ ਵਿੱਚੋਂ ਲਾ ਕੇ ਤੇ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਜੀ। ਉਸ ਤੋਂ ਬਾਅਦ ਜਦੋਂ ਤੁਸੀਂ ਹੋਸ਼ ਵਿੱਚ ਆਏ, ਜਦੋਂ ਤੁਹਾਨੂੰ ਪਤਾ ਲੱਗਣ ਲੱਗਾ, ਫਿਰ ਕਿਵੇਂ ਦੇ ਹਾਲਾਤ ਤੁਹਾਡੇ ਮਨ 'ਚ ਆਉਂਦਾ ਹੋਊਗਾ ਕਿ ਮੇਰੇ ਪਿਤਾ ਜੀ ਨਹੀਂ ਹੈਗੇ? ਕੀ ਮਨ 'ਚ ਘੁੰਮਦਾ ਹੁੰਦਾ ਸੀਗਾ? ਵੇਖੋ ਜੀ, ਜਦੋਂ ਮਤਲਬ ਮੇਰੇ ਫਾਦਰ ਸਾਹਿਬ ਨੂੰ ਖਤਮ ਕਰਤਾ ਉਦੋਂ ਮੈਂ ਬਿਲਕੁਲ ਛੋਟਾ ਸੀ। ਹਾਂਜੀ।
ਉਸ ਤੋਂ ਬਾਅਦ ਵੀ ਚਲੋ ਮੈਂ ਫਿਰ ਮਤਲਬ ਦਾਦਾ ਜੀ ਤੇ ਦਾਦੀ ਜੀ ਨੇ ਮੇਰਾ ਮਤਲਬ ਪਾਲਣ ਪੋਸ਼ਣ ਸਾਰਾ ਕੁਝ ਇਹਨਾਂ ਕੀਤਾ ਹਾਂਜੀ ਹਾਂਜੀ ਤੇ ਮੈਨੂੰ ਨਹੀਂ ਪਤਾ ਇੰਨਾ। ਫਿਰ ਜਦੋਂ ਮੈਂ 15 ਸਾਲ 16 ਸਾਲ ਦਾ ਹੋਇਆ ਫਿਰ ਚਲੋ ਮੈਂ ਪੜ੍ਹਾਈ ਵੀ ਸ਼ੁਰੂ ਕੀਤੀ। ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਵੀ ਇਦਾਂ ਕਰਕੇ ਕੋਈ ਕੇਸ ਵਾ ਸਾਡਾ ਉਹ ਚੱਲ ਰਿਹਾ ਵਾ। ਤੇ ਮਤਲਬ ਕਿ 15 ਕੁ ਸਾਲ ਦੀ ਉਮਰ ਤੋਂ ਬਾਅਦ 'ਚ ਤੁਹਾਨੂੰ ਪਤਾ ਲੱਗਣ ਲੱਗਾ ਕਿ ਤੁਹਾਡੇ ਪਿਤਾ ਜੀ ਦੇ ਨਾਲ ਕੀ ਵਾਪਰਿਆ ਸੀ। ਹਾਂਜੀ ਉਹ ਮਤਲਬ ਫਿਰ ਜਦੋਂ ਫਾਦਰ ਸਾਹਿਬ ਦੀ ਗੱਲ ਕਰੀ ਜਦੋਂ, ਕਿਉਂਕਿ ਅਸੀਂ ਆਪਾਂ ਨੂੰ ਅੱਖੀਂ ਦੇਖਿਆ ਨਹੀਂ ਸੀ, ਫਿਰ ਮਤਲਬ ਤਸਵੀਰਾਂ ਤੌਰ ਤੇ ਚਲੋ ਜਿਹੜੀ ਤਸਵੀਰ ਘਰੇ ਹੁੰਦੀ ਉਹਨੂੰ ਵੀ ਮਤਲਬ ਵੇਖ ਕੇ ਮਤਲਬ ਤਸੱਲੀ ਕਰ ਲਈਦੀ ਵੀ ਸਾਡੇ ਫਾਦਰ ਸਾਹਿਬ ਹੀ ਹੈ। ਹਾਂਜੀ ਤੇ ਬਾਕੀ ਫਿਰ ਚਲੋ ਦਾਦਾ ਜੀ ਨੇ ਦੱਸਣਾ ਵੀ ਇਦਾਂ ਕਰਕੇ ਅਸੀਂ ਫਲਾਣੇ ਅਫਸਰ ਕੋ ਗਏ, ਉਹਨਾਂ ਸਾਡੀ ਸੁਣਵਾਈ ਨਹੀਂ ਕੀਤੀ, ਸਾਨੂੰ ਧੱਕੇ ਮਾਰਤੇ, ਸਾਡੀ ਕੋਈ ਕਿਸੇ ਨੇ ਗਵਾਹ ਨਹੀਂ ਫੜੀ। ਤੇ ਫਿਰ ਚਲੋ ਮਤਲਬ ਦਾਦਾ ਜੀ ਨੇ ਸਾਰੇ ਕੇਸ ਦੀ ਪੈਰਵਾਈ ਕਰਨੀ। ਚਲੋ ਮੈਂ ਵੀ ਫਿਰ ਉਹਨਾਂ ਨਾਲ ਜਾਂਦਾ ਰਿਹਾ। ਜਦੋਂ ਮਤਲਬ ਕੇਸ ਦੇ ਸਿਲਸਿਲੇ ਵਿੱਚ ਕਈ ਫੋਟੋ ਕਾਪੀਆਂ ਕਰਾਉਣੀਆਂ, ਕਈ ਕੁਝ ਬਹੁਤ ਭੱਜ ਨੱਠ ਮਤਲਬ ਇਦਾਂ ਦੇ ਕੰਮ ਉਹਨਾਂ ਕੀਤੇ ਆਪਣੀ ਜ਼ਿੰਦਗੀ ਵਿੱਚ। ਬਹੁਤ ਮਤਲਬ ਇਹ ਆ ਵੀ ਕੇਸ ਵਿੱਚ ਮਤਲਬ ਰੁੱਝੇ ਰਹੇ ਸਾਰੀ ਉਮਰ ਉਹ। ਤੇ ਜਿਹੜਾ ਮਤਲਬ 31 ਸਾਲਾਂ ਬਾਅਦ ਇਨਸਾਫ ਆਇਆ ਵਾ, ਇਹ ਹੈ ਵੀ ਇਹ ਤੇ ਹੁਣ ਮਤਲਬ ਬਹੁਤ ਟਾਈਮ ਲੰਘ ਚੁੱਕਿਆ ਵਾ। ਉਹਦੇ 12 ਇਹ ਆ ਵੀ ਸਾਨੂੰ ਤਸੱਲੀ ਨਹੀਂ, ਮਤਲਬ ਇਹ ਵੀ ਜਿਹੜੇ ਸਾਡੇ ਜ਼ਖਮ ਹੈ ਉਹਨਾਂ ਉੱਪਰ ਥੋੜ੍ਹੀ ਬਹੁਤੀ ਮਲਮ ਜ਼ਰੂਰ ਲੱਗੀ ਆ। ਤਸੱਲੀ ਨਹੀਂ ਹੈ ਪਰ ਥੋੜ੍ਹੀ ਬਹੁਤ ਮੱਲਮ ਜਿਹੜੀ ਆ ਉਹ ਉਹਨਾਂ ਦਾ ਕਹਿਣਾ ਹੈਗਾ ਕਿ ਉਹ ਜ਼ਰੂਰ ਲੱਗੀ ਆ। ਸੋ ਮਾਤਾ ਜੀ ਦੇ ਦੂਜਾ ਬੇਟਾ ਜਿਹੜਾ ਹੈਗਾ ਹਰਜੀਤ ਸਿੰਘ ਹੋਰਾਂ ਦਾ ਬ੍ਰਦਰ, ਆਪਾਂ ਥੋੜ੍ਹੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਮੈਂ ਚਾਹੁੰਦਾ ਕਿ ਤੁਸੀਂ ਵੀਰ ਹੋਰੀ ਆ ਜਾਂਦੇ ਆ ਇੱਧਰ, ਮਾੜਾ ਜਿਹਾ ਕੈਮਰਾ ਘੁਮਾ ਕੇ ਦਿਖਾ ਦਿਓ। ਵਕੀਲ ਸਾਹਿਬ ਵੀ ਬੈਠੇ ਹੋਏ ਨੇ ਜਿਨ੍ਹਾਂ ਨੇ ਇਸ ਕੇਸ ਨੂੰ ਲੜਿਆ ਹੈਗਾ, ਉਹ ਸਾਰੀ ਟੀਮ ਉਹਨਾਂ ਵਿੱਚੋਂ ਇਹ ਵੀਰ ਹੈਗੇ ਨੇ। ਮੈਂ ਤੁਹਾਡੀ ਇਹਨਾਂ ਦੇ ਨਾਲ ਵੀ ਗੱਲਬਾਤ ਕਰਵਾਊਂਗਾ, ਕਿਉਂਕਿ ਜਦੋਂ ਕੋਰਟ ਕਚਹਿਰੀਆਂ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਆ ਕਿ ਉੱਥੇ ਕੋਰਟ ਕਚਹਿਰੀਆਂ ਦੀਆਂ ਕੰਧਾਂ ਵੀ ਪੈਸੇ ਮੰਗਦੀਆਂ ਨੇ, ਔਰ ਕੋਰਟ ਕਚਹਿਰੀਆਂ ਦੇ ਵਿੱਚ ਜਦੋਂ ਜਾ ਕੇ ਤੁਸੀਂ ਸੰਘਰਸ਼ ਕਰਦੇ ਹੋ, ਜਦੋਂ ਤੁਸੀਂ ਉੱਥੇ ਜਾ ਕੇ ਕੇਸ ਲੜਨੇ ਹੁੰਦੇ ਨੇ, ਜਿਹੜੇ ਵਕੀਲਾਂ ਨੇ ਕੇਸ ਲੜਨੇ ਹੁੰਦੇ ਆ, ਮੈਨੂੰ ਲੱਗਦਾ ਕਿ ਉਹ ਵੀ ਇੱਕ ਬੜੀ ਵੱਡੀ ਜਹਿਦ ਹੁੰਦੀ ਆ, ਔਰ ਇੱਕ ਕਿਸੇ ਵੱਡੇ ਸੰਘਰਸ਼ ਤੋਂ ਘੱਟ ਨਹੀਂ ਗੱਲ ਹੁੰਦੀ ਹੈਗੀ। ਉਹ ਕੋਰਟ ਕਚਹਿਰੀਆਂ ਦੇ ਵਿੱਚ ਜਾ ਕੇ ਕੇਸ ਲੜਨੇ, ਜੱਜਾਂ ਦੇ ਮੂਹਰੇ ਆਪਣਾ ਪੱਖ ਰੱਖਣਾ, ਸਰਕਾਰਾਂ ਦੇ ਖਿਲਾਫ, ਪੁਲਿਸ ਦੇ ਖਿਲਾਫ, ਮੈਨੂੰ ਲੱਗਦਾ ਕਿ ਇੱਕ ਬੜੀ ਵੱਡੀ ਚੁਣੌਤੀ ਹੁੰਦੀ ਆ, ਇੱਕ ਬੜਾ ਵੱਡਾ ਸੰਘਰਸ਼ ਹੁੰਦਾ ਹੈਗਾ ਉਹ। ਅੱਛਾ, ਮੈਂ ਵੀਰ ਹੋਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਊਂਗਾ, ਉਹ ਤੁਹਾਨੂੰ ਦੱਸਣਗੇ ਕਿ ਇਹ ਹਰਜੀਤ ਸਿੰਘ ਦੀ ਫੋਟੋ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਕੇ ਹਟਿਆ, ਮੈਂ ਤੁਹਾਨੂੰ ਦੁਬਾਰਾ ਫਿਰ ਦਿਖਾਉਣਾ ਕਿ ਵੇਅਰ ਇਜ਼ ਹੀ, ਭਈ ਇਹ ਕਿੱਥੇ ਹੈ, ਇਹ ਨੌਜਵਾਨ ਕਿੱਥੇ ਹੈ। ਔਰ ਇਹ ਹਰਜੀਤ ਸਿੰਘ ਤੇ ਵੀਰ ਹੋਰੀ ਦੋਨੇ ਭਰਾ, ਔਰ ਇਹਨਾਂ ਦਾ ਪਿਛੋਕੜ ਕੀ ਹੈਗਾ, ਕੌਣ ਲੋਕ ਹੈਗੇ ਨੇ, ਉਹ ਵੀ ਮੈਂ ਤੁਹਾਨੂੰ ਦੱਸੂਗਾ। ਜਲਿਆਂਵਾਲੇ ਬਾਗ ਤੁਸੀਂ ਕਈ ਵਾਰ ਗਏ ਹੋਵੋਗੇ। ਵੀਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਮੈਂ ਆਪਣੇ ਇਹ ਸਾਡੇ ਹੈਗੇ ਦਾਦਾ ਜੀ, ਇਹ ਸ਼ਹੀਦ ਬਿਸ਼ਨ ਸਿੰਘ ਬੁੱਟਰ ਜੀ, ਇਹਨਾਂ ਦੀ ਜਲਿਆਂਵਾਲੇ ਬਾਗ ਦੇ ਵਿੱਚ ਗੈਲਰੀ ਨੰਬਰ 3 ਦੇ ਵਿੱਚ ਫੋਟੋ ਲੱਗੀ ਆ। ਮੇਰੇ ਖਿਆਲ ਆਹੀ ਫੋਟੋ ਲੱਗੀ ਹੋਈ ਜਿਹੜੀ ਤੁਹਾਡੇ ਹੱਥ ਫੜੀ ਹੋਈ। ਜੀ ਇਹੋ ਲੱਗੀ ਹੈ ਜੀ। ਤੇ ਉਸ ਤੋਂ ਬਾਅਦ ਜਦੋਂ ਇਹ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ ਆ, ਬਗਾਵਤ ਕਰਕੇ ਤੇ ਆਂਦੇ ਵੀ ਅਸੀਂ ਆਪਣੇ ਦੇਸ਼ ਵਾਸਤੇ, ਹਿੰਦੁਸਤਾਨ ਵਾਸਤੇ ਲੜਨਾ ਵਾ, ਅਸੀਂ ਕਿਸੇ ਹੋਰ ਵਾਸਤੇ, ਅਸੀਂ ਤੁਹਾਡੇ ਨਾਲ ਨਹੀਂ ਤੁਰਨਾ ਹੈਗਾ। ਜਾਂ ਉਹਨਾਂ ਨੇ ਫਿਰ ਸਿਕੰਦਰਾਬਾਦ ਦੀ ਜੇਲ੍ਹ ਦੇ ਵਿੱਚ ਉੱਥੇ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਆ। ਫਿਰ ਉਦੋਂ ਮੈਂ ਤੁਹਾਨੂੰ ਨੈਕਸਟ ਵਿਖਾਉਣਾ, ਮੇਰੇ ਉਦੋਂ ਜਦੋਂ ਮੇਰੇ ਦਾਦਾ ਜੀ ਸ਼ਹੀਦ ਹੁੰਦੇ ਆ, ਨੈਕਸਟ ਮੇਰੇ ਫਾਦਰ ਸਾਹਿਬ ਆ, ਇਹ ਉਦੋਂ ਇਹ 1 ਸਾਲ ਦੇ ਸੀ। ਜਦੋਂ ਤੁਹਾਡੇ ਦਾਦਾ ਜੀ ਨੂੰ ਫਾਂਸੀ ਹੋਈ ਆ ਤੇ ਉਦੋਂ ਤੁਹਾਡੇ ਪਿਤਾ ਜੀ 1 ਸਾਲ ਦੇ ਸੀ। 1 ਸਾਲ ਦੇ ਸੀ। ਇਹਨਾਂ ਨੇ ਵੀ ਸਾਰੀ ਉਮਰ ਲੜੇ ਆ, ਸਾਰੀ ਉਮਰ ਸਟਰਗਲ ਕੀਤਾ ਵਾ। ਤੇ ਉਸ ਤੋਂ ਬਾਅਦ ਜਿਹੜਾ ਮੇਰਾ ਬ੍ਰਦਰ ਵਾ, ਜਿਹੜਾ ਧਰਮ ਸਿੰਘ ਐਂਡ ਪਾਰਟੀ ਨੇ ਫੇਕ ਐਨਕਾਊਂਟਰ ਕੀਤਾ ਵਾ, ਉਤੋਂ ਗਾੜੀ ਦੇਖ ਲਓ ਵੀ ਮੇਰੇ ਜਿਹੜੇ ਭਤੀਜੇ ਆ ਉਹ ਵੀ 1.5 ਸਾਲ ਦੇ ਤੇ ਕੁਝ ਮਹੀਨਿਆਂ, ਜਾਂ ਇੱਕ ਦੂਸਰਾ ਬੇਟਾ ਜਿਹੜਾ ਕੁਝ ਮਹੀਨਿਆਂ ਦਾ ਸੀ। ਸਾਡੇ ਪਰਿਵਾਰ ਦੇ ਵਿੱਚ ਅਸੀਂ ਸਾਡੀ ਰਘੂ ਰੀਤੀ ਚੱਲਦੀ ਆਈ ਹੈ ਵੀ ਅਸੀਂ ਕੁਰਬਾਨੀਆਂ ਕਰਨੀਆਂ ਵਾ। ਹੋਰ ਮੰਨ ਲਓ ਵੀ ਸਾਨੂੰ ਕੋਈ ਹੋਰ ਕੰਮ ਨਹੀਂ ਹੈਗਾ ਕੋਈ। ਸਾਡਾ ਜਿੱਥੇ ਪਰਿਵਾਰ ਹੈਗਾ ਉੱਥੇ ਬੈਠੇ ਅਸੀਂ ਸਾਰੀ ਉਮਰ ਲੜਦੇ ਰਹਿਣਾ ਵਾ। ਮਤਲਬ ਕਿ ਜਦੋਂ ਜਦੋਂ ਅਸੀਂ ਦੇਸ਼ ਨੂੰ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਾਡਾ ਵਿੱਚ ਰੋਲ ਹੈਗਾ ਵਾ, ਫਿਰ ਸਾਨੂੰ ਕਿਉਂ ਜਿਹੜਾ ਹਰਜੀਤ ਸਿੰਘ ਵਾ, ਉਹ ਵੀ ਸ਼ਹੀਦ ਬਿਸ਼ਨ ਸਿੰਘ ਦਾ ਪੋਤਰਾ ਸੀ, ਉਹਨੂੰ ਕਿਉਂ ਇਦਾਂ ਕੀਤਾ ਗਿਆ? ਕੋਈ ਸਾਡੀ ਕੋਈ ਗੱਲ ਨਹੀਂ ਸੁਣਦਾ ਹੈਗਾ। ਇਹ 1 ਬਾਈ 1 ਅਸੀਂ ਤੁਰੇ ਜਾਂਦੇ ਹਾਂ, 1 ਬਾਈ 1 ਆਪਣਾ ਵਰਕ ਕਰੀ ਜਾਂਦੇ ਹਾਂ। ਜਿੰਨਾ ਮੇਰੇ ਸਵਾਸ ਵਾ, ਅਸੀਂ ਆਪਣਾ ਜਿੰਨਾ ਚਿਰ ਹੈਗੇ ਆ, ਮੈਂ ਕਰੀ ਹੀ ਜਾਣਾ ਵਾ। ਮੈਂ ਜਿੰਨਾ ਚਿਰ ਮੇਰੀ ਜ਼ਬਾਨ ਹੈਗੀ ਮੇਰੇ ਮੂੰਹ ਵਿੱਚ, ਮੈਂ ਬੋਲੀ ਜਾਣਾ ਵਾ ਜੀ। ਫਿਰ 1992 ਮੈਂ ਹਰਜੀਤ ਸਿੰਘ ਵੱਲ ਆਉਣਾ ਵਾ। 29/4/1992 ਨੂੰ ਹਰਜੀਤ ਸਿੰਘ ਨੂੰ ਚੁੱਕਿਆ ਗਿਆ ਵਾ ਜੀ। ਫਿਰ ਉਹਦੇ ਵਿੱਚ ਮੇਰੀ ਮਦਰ ਨੇ ਤੁਹਾਨੂੰ ਸਾਰੀ ਸਟੋਰੀ ਸੁਣਾਤੀ, ਉਹ ਮੈਂ ਦੁਬਾਰਾ ਨਹੀਂ ਸੁਣਾਊਂਗਾ।
ਫਿਰ ਵੇਖੋ ਇਹਦੇ ਵਿੱਚ ਇਸ ਤੋਂ ਬਾਅਦ ਮੈਂ ਆਉਣਾ ਵਾਂ ਲਖਵਿੰਦਰ ਸਿੰਘ ਲੱਖਾ ਵੱਲ। ਲਖਵਿੰਦਰ ਸਿੰਘ ਲੱਖਾ ਜਿਹੜਾ ਵਾ ਪਿੰਡ ਚੱਕਮਾਲ ਖਾਂ ਦਾ ਸੀ। ਉਹਨੂੰ ਜਿਹੜਾ ਉਹਦੇ ਘਰੋਂ ਚੁੱਕਿਆ ਗਿਆ 1 ਮਹੀਨਾ ਪਹਿਲਾਂ, ਮੇਰੇ ਬ੍ਰਦਰ ਹਰਜੀਤ ਸਿੰਘ ਦੇ ਫੜਨ ਤੋਂ ਪਹਿਲਾਂ। ਜੀ। ਜਸਵਿੰਦਰ ਸਿੰਘ ਜੱਸਾ ਉਹ ਹੈਗਾ ਵਾ ਪਿੰਡ ਸ਼ਹਿਜ਼ਾਦੇ ਦਾ। ਉਹਨੂੰ ਜਿਹੜਾ 2 ਮਹੀਨੇ ਪਹਿਲਾਂ ਉਹਦੇ ਘਰੋਂ ਚੁੱਕਿਆ ਗਿਆ ਵਾ। ਫਿਰ ਇਹਨਾਂ ਨੇ ਕੀ ਕੀਤਾ ਵਾ ਵੀ ਇਹਨਾਂ ਨੂੰ ਚੱਕਿਆ ਵੱਖ-ਵੱਖ ਵਾ। ਇਹਨਾਂ ਨੂੰ ਇੱਕ ਝੂਠਾ ਉਹਨਾਂ ਨੇ ਸਾਰਾ ਕੁਝ ਬਣਾਉਣ ਦਾ, ਝੂਠ ਦਾ ਪਲੰਦਾ ਬਣਾਉਣ ਦੀ ਖਾਤਰ ਇਹਨਾਂ ਨੂੰ ਜੁਆਇੰਟ ਕੀਤਾ। ਉਹਨਾਂ ਨੇ ਇਕੱਠਾ ਬਣਾ ਕੇ ਤੇ ਇਹਨਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਲੋਪੋਗੇ ਚਗਾਵੇਂ ਦੇ ਵਿੱਚ, ਜਿੱਥੋਂ ਦਾ ਮੰਨ ਲਓ ਮੌਜੂਦਾ ਜਿਹੜਾ ਇੰਚਾਰਜ ਸੀ ਧਰਮ ਸਿੰਘ ਸੀ। ਜੀ। ਔਰ ਅੱਜ ਹੁਣ ਮੈਂ ਭੁੱਲ ਜਾਣਾ ਵਾਂ। ਧਰਮ ਸਿੰਘ ਕਹਿੰਦਾ ਮੈਂ ਕੁਝ ਕੀਤਾ ਨਹੀਂ ਆ। ਤੇ ਫਿਰ ਜੇ ਤੂੰ ਧਰਮ ਸਿੰਘ ਤੂੰ ਕੀਤਾ ਕੋਈ ਨਹੀਂ ਆ ਫਿਰ ਇਹ ਕਿਉਂ ਤੈਨੂੰ ਪਤਾ ਨਹੀਂ ਤੇਰੇ ਥਾਣੇ ਵਿੱਚ ਕੀ ਹੋ ਰਿਹਾ ਸੀ? ਕਿੱਦਾਂ ਤੂੰ ਜਵਾਬ ਨਹੀਂ ਦਿੰਦਾ? ਤੂੰ ਤੂੰ ਆਨਾ 5 ਬਿਮਾਰੀਆਂ ਵਾ, 7 ਬਿਮਾਰੀਆਂ ਮੈਨੂੰ ਮੇਰੀ ਵਾਈਫ ਆ। ਤੇ ਜੇ ਤੇਰੀ ਵਾਈਫ ਤੈਨੂੰ ਜੇ ਇੰਨੀ ਗੱਲਾਂ ਦਾ ਪਤਾ ਵਾ ਵੀ ਤੇਰੀ ਵਾਈਫ ਵੀ ਅਲਸਰ ਨਾ, ਤੇਰੀ ਉਹਨੂੰ ਵਾਈਫ ਨੂੰ ਲੋੜ ਵਾ ਤੇਰੀ, ਤੂੰ ਅੱਜ ਹੈਲਪ ਮੰਗਣ ਡਿਆ ਵਾਂ। ਤੇ ਜਦੋਂ ਅਸੀਂ ਮੇਰੇ ਜਦੋਂ ਮੈਂ ਵੀ ਛੋਟਾ ਸੀ, ਮੈਂ 12-13 ਸਾਲ ਦਾ ਸੀ, ਮੈਂ 12-13 ਸਾਲ ਦਾ ਸੀ ਉਦੋਂ ਮੈਂ। ਤੇ ਸਾਨੂੰ ਨਹੀਂ ਆਪਣੇ ਮਾਂ ਪਿਓ ਦੀ ਲੋੜ ਹੈਗੀ? ਜੇ ਸਾਨੂੰ ਜੇ ਮੰਨ ਲਓ ਵੀ ਤੁਸੀਂ ਸਾਨੂੰ ਮਾਰਨ ਆਉਂਦੇ ਸੀ, ਸਾਨੂੰ ਸਾਰਾ ਕੁਝ ਕਰਦੇ ਸੀ, ਤੇ ਜਿਹੜਾ ਹਰਜੀਤ ਸਿੰਘ ਦਾ ਬੇਟਾ ਵਾ ਉਹਨਾਂ ਨੂੰ ਆਪਣੇ ਪਿਓ ਦੀ ਲੋੜ ਨਹੀਂ ਹੈਗੀ। ਉਹ ਹੁਣ ਸਾਨੂੰ ਕੌਣ ਨਿਆਂ ਦਊਗਾ? ਤੈਨੂੰ ਤਾਂ ਅੱਜ ਹੈਲਪਰ ਚਾਹੀਦਾ ਵਾ। ਮੈਂ ਧਰਮ ਸਿੰਘ ਨੂੰ ਖਾਸ ਤੌਰ 'ਤੇ ਇਹ ਗੱਲ ਕਹੂੰਗਾ। ਜਿਹੜਾ ਗੁਰਦੇਵ ਸਿੰਘ ਵਾ, ਗੁਰਦੇਵ ਸਿੰਘ DSP ਜਿਹੜਾ ਵਾ, ਗੁਰਦੇਵ ਸਿੰਘ DSP ਨੇ ਜਦੋਂ ਮੈਂ ਕੋਰਟ 'ਚੋਂ ਉੱਥੋਂ ਹੋ ਕੇ ਆਉਣਾ ਸੀ, ਹਰਜੀਤ ਸਿੰਘ ਖਾਲਸਾ ਦੀ ਕੋਰਟ ਹੁੰਦੀ ਸੀ, ਪਟਿਆਲੇ ਦੇ ਵਿੱਚ ਵੀ ਸੀ ਔਰ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਵੀ ਸੀ। ਅਸੀਂ ਜਦੋਂ ਆਪਣੇ ਗਵਾਹ, ਸਾਨੂੰ ਪਤਾ ਲੱਗਦਾ ਵੀ ਅਸੀਂ ਆਹ ਗਾੜੀ ਗਵਾਹ ਜਿਹੜੇ ਅਸੀਂ ਆਪਣੇ ਪੇਸ਼ ਕਰਨੇ ਆ, ਇਹ ਸਾਡੇ ਤੋਂ ਪਹਿਲੋਂ ਹੀ ਇਹ ਗਵਾਹਾਂ ਦੇ ਕੋਲ ਪਹੁੰਚ ਜਾਂਦਾ ਸੀ। ਉਹਨਾਂ ਨੂੰ ਆਪਣੇ ਧਮਕੀ ਦੇ ਕੇ ਧਮਕਾ ਦਿੰਦਾ ਸੀ। ਅੱਛਾ। ਧਮਕਾ ਕੇ ਫਿਰ ਮੈਂ ਹਾਰ ਕੇ, ਜਦੋਂ ਮੇਰੀ ਵਾਹ ਪੇਸ਼ ਨਹੀਂ ਗਈ, ਮੈਂ ਬਹੁਤ ਚਿਰ ਸਟਰਗਲ ਕੀਤਾ ਮੈਂ ਵੀ ਤੁਸੀਂ ਲੋਕਾਂ ਦੇ ਹੱਥ ਜੋੜਨੇ, ਪਰ ਲੋਕਾਂ ਨੇ ਮੰਨਣਾ ਨਹੀਂ ਵੀ ਪਹਿਲੋਂ ਤੁਸੀਂ ਗਵਾਹੀਆਂ ਦੇ ਚੁੱਕੇ ਜੇ, ਤੁਸੀਂ ਤੁਹਾਡੇ ਬਿਆਨ ਇਹ ਹੈਗੇ ਹੀ ਮੇਰੇ ਸਾਹਮਣੇ, ਜਿਨ੍ਹਾਂ ਨੇ ਮੇਰੇ ਡਾਇਰੀ ਪੀਕੇ ਸ਼ਰਮਾ ਸੀ ਮੇਰੇ ਸਾਹਮਣੇ, ਜਿਨ੍ਹਾਂ ਨੇ ਸਾਰਾ ਬਿਆਨ ਜਿਹੜੇ ਨੋਟ ਕੀਤੇ ਸੀ। ਵੀ ਪਹਿਲੋਂ ਜਦੋਂ ਬਿਆਨ ਤੁਸੀਂ ਨੋਟ ਕਰਵਾ ਦਿੱਤੇ, ਤੁਸੀਂ ਹੁਣ ਗਵਾਹੀ ਕਿਉਂ ਨਹੀਂ ਦਿੰਦੇ? ਮੈਂ ਲੋਕਾਂ ਨੂੰ ਹੱਥ ਜੋੜਨੇ। ਉਸ ਤੋਂ ਬਾਅਦ ਜਦੋਂ ਗੁਰਦੇਵ ਸਿੰਘ ਜਿੱਥੋਂ ਉਹ ਆਉਂਦਾ ਸੀ, ਉੱਥੇ ਸਾਨੂੰ ਵੇਖਣਾ ਪਸੰਦ ਨਹੀਂ ਕਰਦੇ ਸੀ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਸਾਰੇ ਵੇਖਣਾ ਪਸੰਦ ਨਹੀਂ ਕਰਦੇ ਸੀ। ਇਹਦੇ ਵਿੱਚ ਸਾਡੇ ਕੁਝ ਗਵਾਹੀਆਂ ਹੋਈਆਂ ਵਾ, ਬਹੁਤ ਵਧੀਆ ਗਵਾਹੀਆਂ ਹੋਈਆਂ ਵਾ, ਪਰ ਕੁਝ ਲੋਕਾਂ ਨੇ ਸਾਨੂੰ, ਮੇਰੇ ਜਿਹੜੇ ਫਾਦਰ ਸਾਹਿਬ ਸੀ, ਮੈਂ ਖੁਦ ਮੌਜੂਦਾ ਨੰਬਰਦਾਰ ਪਿੰਡ ਦਾ ਮੈਂ, ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹ ਵੀ ਨੰਬਰਦਾਰ ਸੀ, ਸਾਨੂੰ ਪਹਿਚਾਨਣ ਤੋਂ ਕੋਰਟ ਦੇ ਵਿੱਚ ਇਨਕਾਰ ਕਰ ਦਿੱਤਾ ਵਾ ਵੀ ਮੇਰੇ ਫਾਦਰ ਸਾਹਿਬ ਨੂੰ ਵੀ ਇਹਨੂੰ ਮੈਂ ਕਸ਼ਮੀਰ ਸਿੰਘ ਨੂੰ ਮੈਂ ਨਹੀਂ ਜਾਣਦਾ। ਫਿਰ ਉਸ ਤੋਂ ਬਾਅਦ ਇੱਦਾਂ ਹੀ ਸਾਡਾ ਚੱਲਦਾ ਰਿਹਾ। ਫਿਰ ਮੈਂ ਜਦੋਂ ਮੈਨੂੰ ਲੱਗਦਾ ਕਿ ਕਿੰਨੀ ਇੱਕ ਜੱਦੋ ਜਹਿਦ ਹੁੰਦੀ ਹੈ ਕਿ ਪਿੰਡ ਦੇ ਨੰਬਰਦਾਰ ਔਰ ਗਵਾਹ ਕਹਿਣ ਕਿ ਅਸੀਂ ਤੁਹਾਨੂੰ ਨਹੀਂ ਜਾਣਦੇ। ਉਹ ਜਿਵੇਂ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਜਿੱਥੇ ਜਦੋਂ ਉਹ ਉਹਨਾਂ ਦੇ ਘਰਾਂ 'ਚ ਜਾ ਆਉਂਦੇ ਸੀਗੇ, ਜਾਂ ਡਰਾਉਂਦੇ ਹੋਣਗੇ, ਜਾਂ ਪੈਸਿਆਂ ਦਾ ਲਾਲਚ, ਰੱਬ ਜਾਣੇ ਜੋ ਵੀ ਹੈਗਾ, ਆਪਾਂ ਸਾਰੇ ਸਮਝ ਸਕਦੇ ਹਾਂ ਕਿ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਹਾਂ ਉੱਥੋਂ ਦੇ ਹਾਲਾਤ ਕਿਵੇਂ ਦੇ ਹੈਗੇ ਨੇ। ਮੈਨੂੰ ਲੱਗਦਾ ਤੁਹਾਡਾ ਗੱਚ ਜਿਹਾ ਭਰ ਗਿਆ। ਜਿਹੜੇ ਅਸੀਂ ਜਿੱਦਾਂ ਅਸੀਂ ਰਹਿ ਰਹੇ ਹਾਂ, ਜੇ ਸਾਨੂੰ ਮੇਰੇ ਫਾਦਰ ਸਾਹਿਬ ਇੰਗਲੈਂਡ ਨਾ ਜਾਂਦੇ, ਅਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟ ਔਰ ਹਿਊਮਨ ਰਾਈਟ UNO ਇਹਨਾਂ ਵਿੱਚ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ। ਉਦੋਂ ਮੇਰੇ ਹਿਸਾਬ ਨਾਲ ਟਾਡਾ ਜਿਹੜਾ ਸੀ ਨਾ, ਉਹ ਬਹੁਤ ਜ਼ਿਆਦਾ ਹਾਈਲਾਈਟ ਸੀ ਸਾਡੇ ਇੰਡੀਆ ਦੇ ਵਿੱਚ। ਉੱਥੇ ਜਾ ਕੇ ਟਾਡਾ ਬਾਰੇ ਪ੍ਰਚਾਰ ਕੀਤਾ। ਚਲੋ ਉੱਥੇ ਫਿਰ ਜਿੱਦਾਂ KPS ਗਿੱਲ ਉਹ ਵੀ ਬੰਦੇ ਗਏ ਉੱਥੇ ਇੰਗਲੈਂਡ ਦੇ ਵਿੱਚ। ਉਹਨਾਂ ਨੇ ਘੇਰਾ ਪਾ ਕੇ ਉਹਨਾਂ ਨੂੰ ਇਹੋ ਹੀ ਫੋਟੋ ਜਿਹੜੀ ਆ, ਮੈਂ ਤੁਹਾਨੂੰ ਕਹੂੰਗਾ ਵੀ ਉਹਨਾਂ ਨੇ ਇਹ ਪੁੱਛਿਆ ਉਹਨਾਂ ਨੂੰ, ਵੇਅਰ ਇਜ਼ ਹੀ, ਕਿੱਥੇ ਆਏ, ਸਾਨੂੰ ਦਿਓ। ਫਿਰ KPS ਗਿੱਲ ਨੇ ਕਿਹਾ ਵੀ ਮੈਨੂੰ ਇੰਡੀਆ ਜਾਣ ਦਿਓ, ਮੈਂ ਤੁਹਾਨੂੰ ਉੱਥੇ ਜਾ ਕੇ ਤੇ ਹਰਜੀਤ ਸਿੰਘ ਨੂੰ ਮੈਂ ਇੰਡੀਆ ਜਾ ਕੇ ਦੇ ਦੂੰਗਾ। ਇਹ ਪਿਛਲੇ ਰਸਤੇ ਥਾਣੀ ਸਿਕਿਉਰਿਟੀ ਰਾਹੀਂ ਬਾਹਰ ਨਿਕਲਿਆ। ਜੋ ਮੇਰੇ ਫਾਦਰ ਸਾਹਿਬ ਦੇ
ਮੰਨ ਲਓ ਵੀ ਮੈਂ ਇਹ ਕਹੂੰਗਾ ਵੀ ਜਿਹੜਾ ਮੇਰੇ ਇਹ ਫਾਦਰ ਸਾਹਿਬ ਨੇ, ਇਹਨਾਂ ਨੇ ਸਭ ਕੁਝ ਹੀ ਕੀਤਾ ਵਾ। ਇਹ ਇਹਨਾਂ ਦੀ ਵਜ੍ਹਾ ਦੇ ਨਾਲ ਹੀ ਅੱਜ ਸਾਡੀ ਜਿਹੜੀ ਗੱਲ ਤੁਸੀਂ ਸਾਡੀ ਸੁਣਦੇ ਜੇ, ਨਹੀਂ ਤਾਂ ਸਾਡੇ ਹਿੰਦੁਸਤਾਨ ਦੇ ਵਿੱਚ ਕਿਸੇ ਨੇ ਕੋਈ ਗੱਲ ਨਹੀਂ ਸੁਣਨੀ। ਅੱਜ ਜਿਹੜਾ ਹਾਈਲਾਈਟ ਕੇਸ ਹੋਇਆ ਵਾ ਇਹਨਾਂ ਦੀ ਵਜ੍ਹਾ ਦੇ ਨਾਲ ਹੋਇਆ। ਅਸੀਂ ਬਾਹਰ ਜਾ ਕੇ ਰੌਲਾ ਪਾਇਆ ਵਾ। ਤੁਹਾਡੇ ਤੱਕ ਕੋਈ ਸਿੱਧੀ ਵੀ ਅਪਰੋਚ ਕਰਦੇ ਰਹੇ ਹੁਣ, ਤੁਹਾਨੂੰ ਕੋਈ ਧਮਕੀਆਂ ਜਾਂ ਕੁਝ ਤੁਹਾਨੂੰ ਪਈ ਤੁਸੀਂ ਬਹਿ ਜਾਓ, ਰੁਕ ਜਾਓ ਜਾਂ ਛੱਡ ਦਿਓ, ਇਦਾਂ ਤਾਂ ਨਹੀਂ ਕੁਝ ਹੁੰਦਾ ਰਿਹਾ? ਮੈਂ ਤੁਹਾਨੂੰ ਦੱਸਦਾ ਵਾਂ, ਮੈਂ ਜਦੋਂ ਮੇਰੀ ਤਕਰੀਬਨ ਏਜ ਹੈਗੀ 12 ਸਾਲ ਦੀ, 12-13 ਸਾਲ ਦੀ, ਮੈਂ ਮੈਨੂੰ ਇਹਨਾਂ ਨੇ ਇਸ ਮਾਹੌਲ ਦੇ ਵਿੱਚੋਂ ਕੱਢ ਕੇ ਨਾ, ਇਹਨਾਂ ਨੂੰ ਪਤਾ ਵੀ ਅਸੀਂ ਹੁਣ ਫਸੇ ਆ ਤੇ ਸਾਡਾ ਮੁੰਡਾ ਨਾ ਮਾਰਿਆ ਜਾਵੇ। ਇਹਨਾਂ ਨੇ ਮੈਨੂੰ ਛੋਟੇ ਹੁੰਦਿਆਂ ਤੋਂ ਹੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਅੰਮ੍ਰਿਤਸਰ ਦੇ ਵਿੱਚ ਪਾਇਆ ਸੀ। ਮੈਂ ਉੱਥੇ ਹੋਸਟਲ ਦੇ ਵਿੱਚ ਹੀ ਰਾਤ ਦਿਨ ਉੱਥੇ ਮੈਂ ਰਹਿੰਦਾ ਸੀ। ਅਤੇ ਮੈਨੂੰ ਚਲੋ ਮੈਂ 4-5 ਮਤਲਬ 2-3 ਸਾਲ ਉੱਥੇ ਕੱਟੇ। ਮੇਰੀ ਇੱਕ ਦਿਨ ਛੁੱਟੀ ਸੀ, ਮੈਨੂੰ ਸੈਚਰਡੇ ਸੰਡੇ ਛੁੱਟੀ ਸੀ, ਅਤੇ ਮੇਰੀ ਮਦਰ ਹੀ ਮੈਨੂੰ ਲੈ ਕੇ ਆਈ ਸੀ। ਮੇਰੇ ਮੰਮੀ ਮੈਨੂੰ ਲੈ ਕੇ ਆਏ ਸੀ। ਅਤੇ ਉਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਪਰਿਵਾਰ ਜਿਹੜਾ ਜੁਆਇੰਟ ਹੋ ਗਿਆ, ਇਕੱਠਾ ਹੋ ਗਿਆ ਵਾ, ਅਤੇ ਇਹਨਾਂ ਨੂੰ ਅੱਜ ਮੌਕਾ ਹੈਗਾ ਵਾ ਅਤੇ ਅੱਜ ਇਹਨਾਂ ਨੂੰ ਫਿਨਿਸ਼ ਕਰ ਦਿਓ, ਖਤਮ ਕਰ ਦਿਓ ਇਹਨਾਂ ਨੂੰ। ਅਤੇ ਅਸੀਂ ਅਜੇ ਰੋਟੀ ਪਾਣੀ ਖਾ ਕੇ ਗੱਲਾਂ ਹੀ ਕਰਨ ਡੇ ਸੀ ਵੀ ਡੈਡੀ ਵੀ ਕਲਕੱਤੇ ਗਏ ਸੀ ਕਿਸੇ ਕੰਮ ਵਾਸਤੇ, ਉਹ ਆ ਗਏ ਉੱਥੋਂ। ਅਤੇ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਜਿਹੜਾ ਸਾਡਾ ਡੋਰ ਵਾ ਨੌਕ ਕੀਤਾ ਵਾ। ਨੌਕ ਕਰਕੇ ਅਤੇ ਜਦੋਂ ਮਦਰ ਨੇ ਪੁੱਛਿਆ ਵੀ ਕੌਣ ਜੇ ਤੁਸੀਂ, ਉਹ ਆਂਦੇ ਤੁਸੀਂ ਬੂਹਾ ਖੋਲ੍ਹੋ ਤੁਹਾਨੂੰ ਅਸੀਂ ਦੱਸਦੇ ਹਾਂ। ਅਤੇ ਮੈਨੂੰ ਮੇਰੀ ਮਦਰ ਕਹਿੰਦੀ ਵੀ ਤੂੰ ਭੱਜ ਜਾ। ਮੈਂ ਹੁਣ 12-13 ਸਾਲ ਦਾ, ਮੈਂ ਕਿੱਥੇ ਭੱਜ ਜਾਣਾ ਹੈ? ਮੈਂ ਮੰਮੀ ਜਿੱਥੇ ਤੂੰ ਜਾਏਂਗੀ ਮੈਂ ਤੇਰੇ ਨਾਲੇ ਜਾਣਾ ਵਾ। ਅਤੇ ਉਹਦੇ ਵਿੱਚ ਇਹ ਸਾਡਾ ਇੱਕ ਪਲੱਸ ਪੁਆਇੰਟ ਰਹਿ ਗਿਆ ਵਾ ਵੀ ਅਸੀਂ ਮੇਰੇ ਫਰੰਟ ਉੱਤੇ ਮੇਰੇ ਫਾਦਰ ਸਾਹਿਬ ਕਸ਼ਮੀਰ ਸਿੰਘ ਜਈ ਜਿਹੜੇ ਸੀ, ਉਹਨਾਂ ਵਿੱਚ ਸੈਂਟਰ ਵਿੱਚ ਮੈਂ ਅਤੇ ਮੇਰੇ ਬੈਕ ਸਾਈਡ 'ਤੇ ਮੇਰੀ ਮਦਰ, ਔਰ ਸਾਡੇ ਘਰ ਦੇ ਜਿਹੜੇ 3 ਗੇਟ ਸੀ, ਜਿਹੜੇ ਪਿੰਡ ਵਾਲਾ ਘਰ ਸੀ, ਉਹ 'ਚੋਂ 2 ਗੇਟਾਂ ਦੇ ਮੋਹਰੇ 'ਤੇ ਉਹ ਖੜ੍ਹੇ ਸੀ। ਤੀਸਰੇ ਗੇਟ ਅਸੀਂ ਚੂਜ਼ ਕੀਤਾ, ਉਹਦੀ ਅਸੀਂ ਨਿਕਲ ਕੇ ਅਸੀਂ ਅਜੇ ਜਸਟ ਗੇਟ ਤੋਂ ਆਰ ਪਾਰ ਹੀ ਹੋਏ ਹਾਂ ਅਤੇ ਉਹਨੇ ਚਿਰ ਨੂੰ ਉਹਨਾਂ ਨੇ ਉੱਪਰ ਸਾਡੇ ਕੋਠਿਆਂ ਉੱਤੇ ਛਾਲਾ ਮਾਰ ਕੇ ਉਹਦੇ ਚੜ੍ਹ ਗਏ। ਅਤੇ ਜੇ ਕਿਤੇ ਅਸੀਂ ਲੋਕਾਂ ਦੇ ਕੋਠੇ ਟੱਪ ਕੇ, ਕੰਧਾਂ ਟੱਪ ਕੇ, ਇੱਕ ਸਾਡੇ ਹੈਗੇ ਸੀ ਜਸਵੰਤ ਰਾਏ, ਸਾਡੇ ਪੰਡਤ ਪਰਿਵਾਰ ਸੀ, ਉਹਨਾਂ ਕੋਲ CRP ਸੀ। ਫਿਰ ਮੇਰੇ ਫਾਦਰ ਸਾਹਿਬ ਅਤੇ ਅਸੀਂ ਸਾਰੇ ਜਿਹੜੇ ਇਕੱਠੇ ਉਹਨਾਂ ਦੇ ਘਰ ਗਏ। ਉੱਥੋਂ ਫਿਰ ਮਹਿਤੇ ਥਾਣੇ ਨੂੰ ਵਾਇਰਲੈਸ ਕਰਾਈ ਵੀ ਸਾਡੇ ਘਰ ਬੰਦੇ ਜਿੱਦਾਂ ਪੈ ਗਏ ਆ, ਤਾਂ ਤੁਸੀਂ ਦੱਸੋ ਸਾਨੂੰ, ਜਾਂ ਮੁਲਾਜ਼ਮ ਦਿਓ ਜਾਂ ਤੁਸੀਂ CRP ਭੇਜੋ ਸਾਡੇ ਨਾਲ। ਉਹ ਫਿਰ ਜਦੋਂ ਉਹਨਾਂ ਨੇ ਫਿਰ ਮਹਿਤੇ ਥਾਣੇ ਵਾਇਰਲੈਸ ਕੀਤੀ, ਅਤੇ ਉਸ ਤੋਂ ਬਾਅਦ ਫਿਰ ਉਹਨਾਂ CRP ਭੇਜ ਦਿੱਤੀ ਸਾਡੇ ਨਾਲ, ਮੇਰੇ ਫਾਦਰ ਸਾਹਿਬ ਦੇ ਨਾਲ। ਜਦੋਂ ਫਾਦਰ ਸਾਹਿਬ ਦੇ ਨਾਲ CRP ਭੇਜ ਦਿੱਤੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਬੰਦੇ ਉਹਨਾਂ ਚਿਰ ਨੂੰ, ਜਦੋਂ ਉਹਨਾਂ ਕੋਲ ਜਿਹੜੇ ਹਥਿਆਰ ਸੀ, ਜਿਹੜੇ ਮੇਰਾ ਉਦੋਂ ਡੈਡੀ ਦਾ ਚਾਚਾ ਲੱਗਦਾ ਸੀ, ਉਹ ਵੀ ਮੌਜੂਦਾ ਨੰਬਰਦਾਰ ਸੀ ਪਿੰਡ ਦਾ, ਉਹਨੂੰ ਉਹਨਾਂ ਨੇ ਕੁੱਟਿਆ ਵੀ, ਉਹਨੂੰ ਗਲੀ ਵਿੱਚ ਘਸੀਟਿਆ ਵੀ। ਪਰ ਉਹਨੇ ਉਦੋਂ ਦੇ ਮੌਕੇ ਦੇ ਉੱਤੇ ਸਾਨੂੰ ਇਹ ਬਿਆਨ ਦਿੱਤਾ ਸੀ ਵੀ ਉਹਨਾਂ ਦੇ ਹਥਿਆਰਾਂ ਉੱਤੇ ਨੰਬਰ ਲਿਖੇ ਸੀ, ਅਤੇ ਜੇ ਹਥਿਆਰਾਂ ਉੱਤੇ ਨੰਬਰ ਲਿਖੇ ਸੀ, ਅਤੇ ਹੁਣ ਫਿਰ ਜਦੋਂ ਉਹਨੂੰ CRP ਆਈ ਉਦੋਂ ਉਹ ਚਲੇ ਗਏ। ਅਤੇ ਹਰਾਸ ਅਸੀਂ ਕਿੰਨਾ ਹੋਏ ਆ, ਅਸੀਂ ਲੁਕ ਕੇ ਮੰਨ ਲਓ ਵੀ ਅੱਜ ਤੱਕ ਦਿਨ ਕੱਟੇ ਆ। ਸਾਡੀ ਜੇ ਅਸੀਂ ਗੱਲ ਕਰੀਏ ਵੀ ਸਾਡਾ ਜਿਹੜਾ ਪਰਿਵਾਰ ਜਿਹੜਾ ਵਾ ਗਾਂਹ ਵਧੂਗਾ, ਗਾਂਹ ਕਿੱਦਾਂ ਵਧਣਾ? ਸਾਡਾ ਜਦੋਂ ਕਿਸੇ ਨੂੰ ਮਿਲਣਾ ਵਾ ਵੀ ਚੰਡੀਗੜ੍ਹ ਚੱਲੇ ਆ ਜਾਂ ਚੰਡੀਗੜ੍ਹੋਂ ਆਏ ਆ, ਪਟਿਆਲੇ ਚੱਲੇ, ਪਟਿਆਲਿਓਂ ਆਏ ਆ, ਸਾਡਾ ਤਾਂ ਜੋ ਵੀ ਜਿੰਨੀ ਵੀ ਇਨਕਮ ਹੈਗੀ ਸਾਡੀ ਤਾਂ ਕੇਸ ਦੇ ਵਿੱਚ ਜਾਂਦੀ ਰਹੀ ਆ। ਜੇ ਆਪਾਂ ਘਰੋਂ ਬਾਹਰ ਇੱਕ ਪੈਰ ਵੀ ਪੁੱਟੀਏ, ਸਾਨੂੰ 1 ਰੁਪਈਆ ਉਸੇ ਵੇਲੇ ਖਰਚਾ ਪੈਣਾ ਸ਼ੁਰੂ ਹੋ ਜਾਂਦਾ ਵਾ। ਅਤੇ ਅਸੀਂ ਇੰਨੇ ਸਾਲ ਇੰਨਾ ਪੈੜਾ ਕੀਤਾ, ਇੰਨਾ ਵਰਕ ਕੀਤਾ ਅਸੀਂ, ਅਤੇ ਸਾਡਾ ਪਰ ਮੈਨੂੰ ਇਹ ਆ ਵੀ ਮੈਂ ਆਪਣੇ ਆਪ ਦੇ ਵਿੱਚ ਫੀਲ ਕਰਦਾ ਵੀ ਅਸੀਂ ਸ਼ਹੀਦੀ ਪਰਿਵਾਰ ਦੇ ਵਿੱਚ ਹੋ ਕੇ ਵੀ ਸਾਨੂੰ ਇਹ ਕੁਝ ਸਾਡੇ ਨਾਲ ਵਾਪਰਿਆ ਵਾ, ਇਹ ਬਹੁਤ ਮਾੜੀ ਗੱਲ ਵਾ। ਵੀਰ ਹੋਰਾਂ ਦਾ ਤੁਸੀਂ ਦੇਖਿਆ ਕਿ ਵਿੱਚ ਗੱਚ ਵੀ ਭਰਦਾ ਹੈਗਾ, ਔਰ ਇੱਕ ਉਹ ਵੀ ਹੈਗਾ ਕਿ ਅਸੀਂ ਫਰੀडम ਫਾਈਟਰ, ਸਾਡੇ ਪਿਤਾ ਜੀ ਨੇ, ਸਾਡੇ ਦਾਦਾ ਜੀ ਨੇ, ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ, ਔਰ ਦਾਦਾ ਜੀ ਨੇ ਫਾਂਸੀ ਦੇ ਉੱਪਰ ਵੀ ਝੂਲ ਗਏ ਸੀਗੇ, ਉਹ ਫਾਂਸੀ ਦੇ ਉੱਪਰ ਵੀ ਲਟਕਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। ਮੈਨੂੰ ਲੱਗਦਾ ਨਹੀਂ ਹੈਗਾ ਕਿ ਕਦੀ ਉਹਨਾਂ ਨੇ ਫਾਂਸੀ ਦੇ ਉੱਪਰ ਝੂਲਣ ਲੱਗਿਆਂ ਨੇ ਇਹ ਸੋਚਿਆ ਹੋਊਗਾ
ਕਿ ਜਿਸ ਧਰਤੀ ਦੀ ਖਾਤਰ, ਜਿਸ ਮੁਲਕ ਦੀ ਖਾਤਰ ਅਸੀਂ ਕੁਰਬਾਨੀਆਂ ਕਰ ਰਹੇ ਹਾਂ, ਜਿਹਨੂੰ ਆਜ਼ਾਦ ਕਰਵਾਉਣ ਦੀ ਖਾਤਰ ਅਸੀਂ ਅੱਜ ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮ ਰਹੇ ਹਾਂ, ਵੀ ਸਾਡੇ ਆਉਣ ਵਾਲੇ ਸਮੇਂ 'ਚ ਸਾਡੇ ਪੁੱਤਾਂ ਦੇ ਨਾਲ, ਸਾਡੇ ਪੋਤਰਿਆਂ ਦੇ ਨਾਲ ਅਗਾਂਹ ਆਹ ਕੁਛ ਬੀਤੂਗੀ ਕਿ ਉਹਨਾਂ ਦੇ ਬਾਰੇ ਸਾਡੇ ਘਰ ਦੇ ਵਿੱਚ ਇੱਕ ਇੱਦਾਂ ਦੀ ਫੋਟੋ ਲਟਕਦੀ ਹੋਊਗੀ ਜਿੱਥੇ ਲਿਖਿਆ ਹੋਊਗਾ ਮੇਰੇ ਪੋਤੇ ਦੀ ਫੋਟੋ ਦੇ ਉੱਪਰ ਕਿ ਵੇਅਰ ਇਜ਼ ਹੀ, ਭਈ ਇਹ ਮੇਰਾ ਪੋਤਾ ਕਿੱਥੇ ਹੈ। ਔਰ ਇਹ ਸਰਕਾਰ ਦੇ ਸਾਹਮਣੇ ਅੱਜ ਵੀ ਸਵਾਲ ਹੈਗਾ, ਭਾਵੇਂ ਕਿ ਉਹਨਾਂ ਨੂੰ ਸਜ਼ਾ ਅੱਜ ਹੋ ਗਈ ਹੈਗੀ ਆ ਉਮਰ ਕੈਦ ਦੀ। ਐਡਵੋਕੇਟ ਸਾਹਿਬ ਵੀ ਹੈਗੇ ਨੇ, ਆਪਾਂ ਥੋੜ੍ਹੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਜਿਹੜੇ ਬਾਕੀ ਹੋਰ ਪਰਿਵਾਰ ਹੈਗੇ ਆ, ਮੈਂ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਵਾਊਂਗਾ। ਪਿੰਡ ਬੁੱਟਰ, ਤਹਿਸੀਲ ਬਾਬਾ ਬਕਾਲਾ, ਆਪਾਂ ਉੱਥੇ ਬੈਠੇ ਹਾਂ ਜੀ। ਭਾਈ ਸਾਹਿਬ ਦੇ ਪਰਿਵਾਰ ਦੇ ਵਿੱਚ ਆਪਾਂ ਸਾਰਿਆਂ ਨੇ ਆਪਣੀ ਗੱਲਬਾਤ ਕੀਤੀ ਆ। ਵਕੀਲ ਸਾਹਿਬ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇੱਕ ਬੜੀ ਵੱਡੀ ਜਦੋਜਹਿਦ ਹੁੰਦੀ ਹੈ, ਇੱਕ ਬੜਾ ਵੱਡਾ ਸੰਘਰਸ਼ ਹੁੰਦਾ ਹੈਗਾ ਕੋਰਟ ਕਚਹਿਰੀ ਦੇ ਵਿੱਚ ਜੱਜ ਦੇ ਮੂਹਰੇ ਆਪਣਾ ਪੱਖ ਵੀ ਵਧੀਆ ਤਰੀਕੇ ਨਾਲ ਰੱਖਣਾ। ਵਰਨਾ ਜਿਨ੍ਹਾਂ ਹਕੂਮਤਾਂ ਨੇ, ਆਪਾਂ ਅਕਸਰ ਇਹ ਗੱਲ ਕਰਦੇ ਹਾਂ ਕਿ ਜਿਨ੍ਹਾਂ ਹਕੂਮਤਾਂ ਨੇ ਇਹਨਾਂ ਦੇ ਕੋਲੋਂ ਆਪ ਇਹ ਸਾਰੇ ਕੰਮ ਕਰਵਾਏ ਹੋਣ ਤਾਂ ਹਕੂਮਤਾਂ ਉਹਨਾਂ ਦੀ ਪੁਸਤ ਪਨਾਹੀ ਭਲਾ ਕਿਉਂ ਨਾ ਕਰਨ। ਹਕੂਮਤਾਂ ਹੀ ਕਾਹਦੀਆਂ ਜੇ ਆਪਣੇ ਹੀ ਵਫਾਦਾਰ ਸਿਪਾਹੀਆਂ ਦੀ ਉਹ ਪੁਸਤ ਪਨਾਹੀ ਨਾ ਕਰਨ। ਸੋ ਉਹ ਪੁਸਤ ਪਨਾਹੀ ਕਰਦੇ ਨੇ। ਮੈਂ ਪਹਿਲਾਂ ਟਾਈਟਲਾਂ ਦਾ ਜ਼ਿਕਰ ਕਰਕੇ ਹਟਿਆ। ਉਹ ਤੇ ਤੁਸੀਂ ਦੇਖੋ, ਸਿੱਖਾਂ ਦਾ ਸ਼ਰੇਆਮ ਕਤਲੇਆਮ, ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸ਼ਹੀਦ ਕਰ ਦਿੱਤਾ ਜਾਂਦਾ। ਔਰ ਹਕੂਮਤਾਂ, ਵੱਖ-ਵੱਖ ਸਿਆਸੀ ਪਾਰਟੀਆਂ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਟਿਕਟ ਦੇ ਕੇ ਨਵਾਜ਼ਦੀਆਂ ਨੇ ਕਿ ਆਓ ਜੀ ਅਸੀਂ ਤੁਹਾਨੂੰ ਟਿਕਟ ਦਿੰਦੇ ਹਾਂ, ਤੁਸੀਂ ਇਲੈਕਸ਼ਨ ਲੜੋ। ਔਰ ਉਹਨਾਂ ਨੂੰ ਫਿਰ ਜਿਤਾਇਆ ਜਾਂਦਾ, ਜਿਤਾ ਕੇ ਫਿਰ ਜਿਨ੍ਹਾਂ ਦਾ ਜੈਨੋਸਾਈਡ ਕੀਤਾ ਉਹਨਾਂ ਦੇ ਸਿਰ ਦੇ ਉੱਪਰ ਬਹਾਇਆ ਜਾਂਦਾ ਕਿ ਕਰੋ ਰਾਜ ਤੁਸੀਂ ਇਹਨਾਂ ਦੇ ਸਿਰ ਦੇ ਉੱਪਰ। ਇਸ ਤਰੀਕੇ ਦੇ ਨਾਲ ਸਿੱਖਾਂ ਦੇ ਨਾਲ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ 85% ਤੋਂ ਵੱਧ ਕੁਰਬਾਨੀਆਂ ਕੀਤੀਆਂ। ਕੁਰਬਾਨੀਆਂ ਕਰਨ ਵਾਲਿਆਂ ਨੇ ਕਦੀ ਨਹੀਂ ਸੋਚਿਆ ਹੋਣਾ ਕਿ ਸਾਡੇ ਨਾਲ ਆਹ ਸਾਰਾ ਕੁਝ ਬੀਤੂਗਾ। ਐਡਵੋਕੇਟ ਸਾਹਿਬ ਮੇਰੇ ਨਾਲ ਹੈਗੇ ਨੇ, ਬਲਜਿੰਦਰ ਸਿੰਘ ਜੀ। ਬਲਜਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਜਿਹੜਾ ਕੇਸ ਹੈ ਨਾ ਜੀ, ਇਹ 1992 ਦੇ ਵਿੱਚ 29 ਅਪ੍ਰੈਲ ਨੂੰ ਹਰਜੀਤ ਸਿੰਘ ਜਿਹੜੇ ਸੀਗੇ ਆ ਰਹੇ ਸੀਗੇ ਆਪਣੇ ਕਿਸੇ ਰਿਸ਼ਤੇਦਾਰ ਕੋਲੋਂ। ਜਦੋਂ ਇਹ ਆਪਣੇ ਅੱਡੇ 'ਚ ਠੱਠੀਆਂ ਅੱਡਾ ਇਹਨਾਂ ਨੂੰ ਪੈਂਦਾ ਵਾ ਲਾਗੇ ਸਟਿਆਲੀ, ਉੱਥੇ ਜਦੋਂ ਉਤਰੇ, ਉੱਥੇ ਰਾਮ ਲਵਾਇਆ ਜਿਹੜਾ ਉਸ ਟਾਈਮ ਇਹ ਗੱਗੜ ਭਾਣੇ ਦਾ ਇੰਚਾਰਜ ਸੀ, ਚੌਂਕੀ ਸੀ ਉੱਥੇ, ਗੱਗੜ ਭਾਣੇ ਚੌਂਕੀ ਦਾ ਇੰਚਾਰਜ ਸੀ। ਉਹਨੇ ਆਪਣੇ ਇੱਕ ਕੋਈ ਪੁਲਿਸ ਦਾ ਕੈਡ ਸੀ ਨਾਲ, ਦੂਸਰੇ ਪੁਲਿਸ ਪਾਰਟੀ, ਉਹਨਾਂ ਨੇ ਇਹਨਾਂ ਨੂੰ ਚੁੱਕ ਲਿਆ। ਚੁੱਕ ਕੇ ਉਹ ਗੱਗੜ ਭਾਣੇ ਲੈ ਗਏ, ਉੱਥੇ ਇਹਨਾਂ ਨੂੰ ਰੱਖਿਆ। ਪਰਿਵਾਰ ਨੇ ਮਗਰ ਪਹੁੰਚ ਕੀਤੀ, ਉਹਨੇ 30,000 ਰੁਪਈਆ ਜਿਹੜਾ ਇਹਨਾਂ ਕੋਲੋਂ ਰਿਸ਼ਵਤ ਮੰਗੀ, ਮੈਂ ਤੁਹਾਡੇ ਲੜਕੇ ਨੂੰ ਛੱਡ ਦਾਂਗਾ, 30,000 ਰੁਪਈਆ ਦੇ ਦਿਓ। ਇਹਨਾਂ ਨੇ 30,000 ਰੁਪਈਏ ਦਾ ਬੰਦੋਬਸਤ ਕਰਕੇ 1-2 ਦਿਨ ਤੱਕ ਉਹਨੂੰ 30,000 ਰੁਪਈਆ ਦੇ ਦਿੱਤਾ। ਪਰ ਉਹ 30,000 ਰੁਪਈਆ ਲੈਣ ਦੇ ਬਾਅਦ ਵਿੱਚ ਇਹਨਾਂ ਕੋਲੋਂ ਮੁੱਕਰ ਗਿਆ ਵੀ ਮੈਂ ਉਹ ਜਿਹੜਾ ਲੜਕਾ ਤੁਹਾਡਾ ਸੀਗਾ ਮਹਿਤੇ ਥਾਣੇ ਛੱਡ ਆਇਆ ਵਾਂ। ਇਹਨਾਂ ਮਹਿਤੇ ਥਾਣੇ ਪਹੁੰਚ ਕੀਤੀ, ਉਹ ਕਹਿੰਦੇ ਜੀ ਹਰਜੀਤ ਸਿੰਘ DSP ਨਹੀਂ ਮੰਨਦਾ, ਇਹਨੂੰ ਨਹੀਂ ਛੱਡਣਾ। ਕੁਝ ਦਿਨਾਂ ਬਾਅਦ ਹੀ ਉਹਨਾਂ ਨੇ ਇਹਨੂੰ ਮਾਲ ਮੰਡੀ ਪਹੁੰਚਾ ਦਿੱਤਾ। ਮਾਲ ਮੰਡੀ ਦਾ ਤੁਸੀਂ ਨਾਂ ਹੀ ਸੁਣਿਆ ਹੋਣਾ ਵੀ ਉੱਥੇ ਗਿਆ ਬੰਦਾ ਜਿਹੜਾ ਵਾ ਉਹ ਵਾਪਸ ਆਉਣ ਦੇ ਚਾਂਸ ਘੱਟ ਹੁੰਦੇ ਆ। ਇਹਨਾਂ ਨੇ ਜਦੋਂ ਮਾਲ ਮੰਡੀ ਪਹੁੰਚ ਕੀਤੀ, ਇਹਨਾਂ ਨੂੰ ਕੁਝ ਨਹੀਂ ਮਿਲਿਆ। ਫਿਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ, ਉੱਥੋਂ ਵਾਰੰਟ ਅਫਸਰ ਇੱਕ ਨਿਯੁਕਤ ਕਰਕੇ ਮਾਲ ਮੰਡੀ ਇਹਨਾਂ ਨੇ ਛਾਪਾ ਮਰਵਾਇਆ। ਪਰ ਪੁਲਿਸ ਨੇ ਜਿਹੜਾ ਸੀਗਾ ਉਹਨਾਂ ਨੂੰ ਪਹਿਲਾਂ ਹੀ ਕੱਢ ਕੇ ਤੇ ਧਰਮ ਸਿੰਘ ਨੂੰ ਦੇ ਦਿੱਤਾ। ਧਰਮ ਸਿੰਘ ਨੇ 2 FIRਾਂ ਕੱਟਤੀਆਂ। ਇੱਕ ਦੇ ਵਿੱਚ ਲਖਵਿੰਦਰ ਸਿੰਘ ਤੇ ਹਰਜੀਤ ਸਿੰਘ ਨੂੰ ਅਰੈਸਟ ਕਰ ਲਿਆ। ਅਗਲੇ ਦਿਨ ਫਿਰ FIR ਦੇ ਵਿੱਚ ਵੀ ਇਹਨਾਂ ਨੂੰ ਰਿਕਵਰੀ ਵਾਸਤੇ ਖੜ ਰਹੇ ਸੀਗੇ। ਇਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰਤਾ ਤੇ ਉਹਦੇ ਵਿੱਚ ਇਹ ਜਿਹੜੇ ਸੀਗੇ ਦੋਵੇਂ ਜਣੇ ਮਾਰੇ ਗਏ। ਨਾਲ ਇੱਕ ਅਣਪਛਾਤਾ ਉਹ ਜਿਹੜਾ ਜਸਪਿੰਦਰ ਸਿੰਘ ਸਜਾਦੇ ਦਾ ਸੀਗਾ, ਉਹਨੂੰ ਮਰਿਆ ਹੋਇਆ ਦੱਸਤਾ। ਉਹ ਵੀ 2 ਮਹੀਨੇ ਪਹਿਲਾਂ ਤੋਂ ਹੀ ਧਰਮ ਸਿੰਘ ਦੀ ਹਿਰਾਸਤ ਦੇ ਵਿੱਚ ਸੀਗਾ। ਇਹ ਸਾਰਾ ਕੇਸ ਬਾਅਦ ਦੇ ਵਿੱਚ ਹਾਈ ਕੋਰਟ ਨੇ ਸੈਸ਼ਨ ਜੱਜ ਨੂੰ ਦੇ ਦਿੱਤਾ। ਉਹਨੇ ਇਨਕੁਆਇਰੀ ਕਰਕੇ CBI ਨੂੰ ਦੇ ਦਿੱਤਾ। CBI ਨੇ ਇਨਕੁਆਇਰੀ ਕਰਕੇ ਇਹਦੇ ਤੇ FIR ਕੱਟ ਕੇ 9 ਪੁਲਿਸ ਮੁਲਾਜ਼ਮ ਜਿਹੜੇ ਸੀ ਉਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਉਹਨਾਂ ਤੇ ਕੇਸ ਚੱਲਿਆ। ਇਹ 98 ਦਾ ਕੇਸ ਚੱਲਿਆ। ਥੋੜ੍ਹਾ ਚਿਰ ਚੱਲਣ ਤੋਂ ਬਾਅਦ ਦੇ ਵਿੱਚ ਪੁਲਿਸ ਦਾ ਉਦੋਂ ਦਬਦਬਾ ਸੀਗਾ, ਉਹਨਾਂ ਕੋਲ ਪਹੁੰਚ ਵੀ ਸਾਰੀ ਸੀ। ਉਹਨਾਂ ਨੇ ਹਾਈ ਕੋਰਟ ਦੇ ਵਿੱਚੋਂ ਇਹਦੇ ਤੇ ਸਟੇ ਲੈ ਲਿਆ। ਪਟਿਆਲੇ ਕੋਰਟ ਦੇ ਵਿੱਚ ਥੋੜ੍ਹੀਆਂ ਹੀ ਗਵਾਹੀਆਂ ਹੋਈਆਂ, ਸਟੇ ਲੱਗ ਗਿਆ। ਸਟੇ ਤੋਂ ਬਾਅਦ ਦੇ ਵਿੱਚ ਸਟੇ ਟੁੱਟਾ, ਥੋੜ੍ਹੀਆਂ ਗਵਾਹੀਆਂ ਹੋਈਆਂ, ਉਹ ਸੁਪਰੀਮ ਕੋਰਟ ਚਲ ਗਏ। ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਦੇ ਵਿੱਚ ਇਹਦੇ ਤੇ 16 ਸਾਲ ਫੇਰ ਸਟੇ ਰਿਹਾ, ਜਿਸ ਦਾ ਪਤਾ ਸਾਨੂੰ 15 ਦੇ ਵਿੱਚ ਲੱਗਾ। ਅਸੀਂ ਫਿਰ ਪਰਿਵਾਰ ਨਾਲ ਪਹੁੰਚ ਕੀਤੀ। ਇਹ 40 ਦੇ ਕਰੀਬ ਕੇਸ ਸੀਗੇ ਜਿਨ੍ਹਾਂ ਤੇ ਸਟੇ ਲੱਗੇ ਸੀਗੇ।
ਸਾਰੇ ਪਰਿਵਾਰਾਂ ਨਾਲ ਪਹੁੰਚ ਕਰਕੇ ਇਹਨਾਂ ਦੇ ਵਕਾਲਤਨਾਮੇ ਲਏ। ਉੱਥੇ ਸੁਪਰੀਮ ਕੋਰਟ ਦੇ ਵਿੱਚੋਂ ਇਹਨਾਂ ਦੇ ਸਟੇ ਜਿਹੜੇ ਸੀ ਉਹ ਤੁੜਾਏ। ਇਹ 17 ਦੇ ਵਿੱਚ ਕੇਸ ਚੱਲੇ। ਉਦੋਂ ਤੱਕ 57 ਗਵਾਹ ਸੀ ਜਿਹੜੇ, ਉਹਦੇ ਵਿੱਚੋਂ ਕੁਝ 27 ਦੇ ਕਰੀਬ ਗਵਾਹ ਜਿਹੜੇ ਸੀ ਉਹਨਾਂ ਦੀ ਮੌਤ ਹੋ ਚੁੱਕੀ ਸੀ। ਕੁਝ ਸਮਾਂ ਬਦਲਣ ਦੇ ਨਾਲ ਪੁਲਿਸ ਨੇ ਦਬਾਅ ਕਰਕੇ ਡਰਾ ਧਮਕਾ ਵੀ ਲਏ। ਪਰਿਵਾਰ ਨੇ ਪਹੁੰਚ ਕੀਤੀ, ਸਾਰੇ ਕਰਕੇ ਜਿਹੜੀਆਂ ਬਾਕੀ ਗਵਾਹੀਆਂ ਸੀਗੀਆਂ ਉਹ ਹੋਈਆਂ। ਤੇ 31 ਸਾਲਾਂ ਬਾਅਦ ਇਹਦਾ ਜਿਹੜਾ 14 ਦਸੰਬਰ ਨੂੰ ਫੈਸਲਾ ਹੋਇਆ ਤੇ ਉਹਦੇ ਵਿੱਚ ਇਹ 3 ਦੋਸ਼ੀ ਜਿਹੜੇ ਆ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ, ਤੇ ਜਿਹੜੇ ਇੱਕ ਆ ਭੁਪਿੰਦਰ ਸਿੰਘ ਉਹਨੂੰ ਭਗੌੜਾ ਕਰਾਰ ਦੇ ਦਿੱਤਾ, ਤੇ 5 ਦੋਸ਼ੀ ਜਿਹੜੇ ਆ ਉਹਨਾਂ ਦੀ ਵੀ ਮੌਤ ਹੋ ਚੁੱਕੀ ਆ। ਅੱਛਾ, ਵੀਰ ਹੋਰਾਂ ਨੇ ਵੀ ਆਖਿਆ, ਜਿਵੇਂ ਆਪਾਂ ਕਈ ਵਾਰੀ ਤਾਂ ਕਹਿ ਦਿੰਦੇ ਆ ਕਿ 31 ਵਰਿਆਂ ਬਾਅਦ ਇਨਸਾਫ ਮਿਲਿਆ। ਮੇਰੇ ਮੂੰਹ ਵੀ ਕਈ ਵਾਰ ਨਿਕਲ ਜਾਂਦਾ ਪੱਤਰਕਾਰ ਹੋਣ ਦੇ ਨਾਤੇ ਕਿ 31 ਵਰਿਆਂ ਬਾਅਦ ਇਨਸਾਫ। ਤੁਹਾਨੂੰ ਲੱਗਦਾ ਕਿ 31 ਵਰਿਆਂ ਬਾਅਦ ਜੋ ਵੀ ਤੁਹਾਨੂੰ ਮਿਲਦਾ ਹੈਗਾ ਉਹਨੂੰ ਇਨਸਾਫ ਕਿਹਾ ਜਾ ਸਕਦਾ ਹੁੰਦਾ? ਵੇਖੋ ਜੀ, ਇਨਸਾਫ ਤੇ ਨਹੀਂ ਕਿਹਾ ਜਾ ਸਕਦਾ, ਕਿਉਂਕਿ 31 ਵਰੇ ਬਹੁਤ ਜ਼ਿਆਦਾ ਹੁੰਦੇ ਆ। ਉਦੋਂ ਤੱਕ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਉਹ ਵੀ ਇਨਸਾਫ ਦੀ ਉਡੀਕ ਕਰਦੇ ਕਰਦੇ ਇਸ ਦੁਨੀਆ ਤੋਂ ਜਾ ਚੁੱਕੇ। ਦੋਸ਼ੀ ਪੁਲਿਸ ਵਾਲੇ ਜਿਹੜੇ ਹੈਗੇ ਉਹ ਵੀ ਜਾ ਚੁੱਕੇ। 31 ਸਾਲ ਜਿਹੜੇ ਦੋਸ਼ੀ ਸੀ ਉਹਨਾਂ ਨੇ ਆਪਣੇ ਐਸ਼ੋ ਆਰਾਮ ਪੂਰੇ ਕੀਤੇ, ਨੌਕਰੀ ਪੂਰੀ ਕੀਤੀ, ਆਪਣੇ ਬੱਚਿਆਂ ਨੂੰ ਵੀ ਸੈੱਟ ਕਰ ਲਿਆ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ 31 ਸਾਲਾਂ ਬਾਅਦ ਜਿਹੜਾ ਇਹ ਕੇਸ ਦਾ ਫੈਸਲਾ ਨਾ, ਇਹ ਆਉਣ ਵਾਲੀ ਜਿਹੜੀ ਪੁਲਿਸ ਆ ਉਹਦੇ ਵਾਸਤੇ ਵੀ ਇਹ ਇੱਕ ਖੌਫ ਆ ਵੀ ਜੇ ਆਪਾਂ ਕੋਈ ਵੀ ਕੰਮ ਗਲਤ ਕਰਦੇ ਆ, ਉਹ ਇਹ ਨਹੀਂ ਵੀ ਅੱਜ ਆਪਾਂ ਗਲਤ ਕਰ ਲਿਆ, ਇਹਦਾ ਜਿਹੜਾ ਨਤੀਜਾ ਇਹ ਬੁਢਾਪੇ ਦੇ ਵਿੱਚ ਵੀ ਜਾ ਕੇ ਮਿਲ ਸਕਦਾ ਵਾ। ਤੇ ਜਿਹੜਾ ਇਹਨਾਂ ਦੇ ਉੱਤੇ ਅੱਤਵਾਦੀ ਹੋਣ ਦਾ ਦੋਸ਼ ਲਾਇਆ ਸੀਗਾ, ਅੱਤਵਾਦੀ ਕਹਿ ਕੇ ਇਹਨਾਂ ਦੇ ਬ੍ਰਦਰ ਨੂੰ, ਚਾਹੇ ਲਖਵਿੰਦਰ ਸਿੰਘ ਨੂੰ, ਜਸਵਿੰਦਰ ਸਿੰਘ ਨੂੰ ਮਾਰਿਆ ਸੀਗਾ, ਉਹਦਾ ਵੀ ਇੱਕ ਕੋਰਟ ਨੇ ਇਨਸਾਫ ਦਿੱਤਾ ਵਾ ਵੀ ਇਹ ਅੱਤਵਾਦੀ ਨਹੀਂ ਸੀ। ਜਿਹੜੀ ਪੁਲਿਸ ਪਾਰਟੀ ਉਹ ਦੋਸ਼ੀ ਸੀ, ਅੱਤਵਾਦੀ ਉਹ ਸੀਗੇ ਪੁਲਿਸ ਵਾਲੇ ਜਿਨ੍ਹਾਂ ਨੇ ਇਹ ਝੂਠਾ ਕੰਮ ਕੀਤਾ, ਤੇ ਕੋਰਟ ਨੇ ਉਹਨਾਂ ਨੂੰ ਸਜ਼ਾ ਦਿੱਤੀ ਆ। ਅੱਛਾ, ਉਹਨਾਂ ਦੇ ਕੋਲ ਹੁਣ ਆਪਣੇ ਬਚਣ ਦੇ ਵਾਸਤੇ ਕੋਈ ਹੋਰ ਰਾਹ ਹੈਗਾ? ਉੱਪਰ ਅਦਾਲਤ 'ਚ ਜਾ ਸਕਦੇ ਨੇ ਉਹ? ਵੇਖੋ ਜੀ, ਅਪੀਲ ਕਰਨ ਦਾ ਸਾਰਿਆਂ ਕੋਲ ਅਧਿਕਾਰ ਹੁੰਦਾ ਵਾ। ਉਹ ਹਾਈ ਕੋਰਟ ਦੇ ਵਿੱਚ ਜਾ ਸਕਦੇ ਆ, ਪਰ ਤੁਹਾਨੂੰ ਵੀ ਪਤਾ ਵਾ ਹਾਈ ਕੋਰਟ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਅਪੀਲਾਂ ਨੇ ਉਹਨਾਂ ਨੂੰ 7-8 ਸਾਲ ਲੱਗ ਜਾਂਦੇ ਆ ਨਿਕਲਦਿਆਂ। ਤੇ ਮੈਨੂੰ ਨਹੀਂ ਲੱਗਦਾ ਵੀ ਇਹ 7-8 ਸਾਲ ਜਿਹੜੇ ਆ ਇਹ ਜਿਨ੍ਹਾਂ ਨੇ ਐਸ਼ੋ ਆਰਾਮ ਕੀਤੀ ਹੁੰਦੀ ਆ ਨਾ, ਜਿਹੜੇ ਨੌਕਰਾਂ ਚਾਕਰਾਂ ਦੇ ਵਿੱਚ ਰਹੇ ਹੁੰਦੇ ਆ, ਦਬਕੇ ਮਾਰਨ ਗਿੱਜੇ ਹੁੰਦੇ ਆ, ਜਦੋਂ ਉਹ ਬੰਦੇ ਇੱਕਦਮ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਨਾ, ਉਹ ਆਪਣਾ ਦਿਲ ਹੀ ਇੰਨਾ ਕੁ ਛੱਡ ਜਾਂਦੇ ਆ ਵੀ ਉਹ ਜਿਹੜੀ ਉਮਰ ਉਹਨਾਂ ਦੀ ਹੁੰਦੀ ਆ ਨਾ, ਉਹ ਜਿੰਨੀ ਹੁੰਦੀ ਓਨੀ ਵੀ ਉਹ ਪੂਰੀ ਨਹੀਂ ਕਰ ਪਾਉਂਦੇ। ਬਲਜਿੰਦਰ ਸਿੰਘ ਜੀ, ਇੱਕ ਅਖੀਰਲਾ ਹੀ ਸਵਾਲ ਮੈਂ ਤੁਹਾਡੇ ਕੋਲੋਂ। ਮੈਨੂੰ ਯਾਦ ਹੈ ਇੱਕ ਵਾਰੀ ਕਿਸੇ ਕੇਸ ਦੇ ਵਿੱਚ ਇੱਦਾਂ ਹੀ ਪੁਲਿਸ ਅਫਸਰਾਂ ਨੂੰ ਕੋਈ ਸਜ਼ਾ ਹੋਈ ਸੀਗੀ, ਤੇ ਉਹ ਜਿੱਦਾਂ ਕਹ ਲਓ ਪੈਂਟ ਦੇ ਵਿੱਚ ਹੀ ਸੁਸੂ ਨਿਕਲ ਗਿਆ ਸੀਗਾ, ਵੀਡੀਓ ਵੀ ਵਾਇਰਲ ਹੋਈ ਸੀਗੀ ਜਿੱਦਣ ਇਹਨਾਂ ਨੂੰ ਸਜ਼ਾ ਹੋਈ ਹੈ। ਵਾਕਈ ਮੈਨੂੰ ਲੱਗਦਾ ਕਿ ਕੋਈ ਸੱਜਣ, ਜੇ ਕੋਈ ਸਾਡੇ ਜਿਹੜੇ ਮਿੱਤਰ ਅਫਸਰ ਵੀ ਹੈਗੇ ਨੇ, ਜੇ ਕੋਈ ਸੁਣਦਾ ਮੇਰੀ ਗੱਲ ਨੂੰ, ਤਾਂ ਕੋਈ ਇਹ ਮਤ ਸੋਚੇ ਕਿ ਪੱਤਰਕਾਰ ਕਿਹੋ ਜਿਹੀਆਂ ਗੱਲਾਂ ਕਰਦਾ। ਵੀਰ ਹੋਰਾਂ ਨੇ ਜਿਹੜੀ ਗੱਲ ਆਖੀ ਆ ਨਾ ਕਿ ਜਦੋਂ ਆਪਾਂ ਕਿਸੇ ਵੀ ਕੁਰਸੀ ਦੇ ਉੱਪਰ ਬੈਠੇ ਹੁੰਦੇ ਆ, ਆਪਾਂ ਕਿਸੇ ਅਹੁਦੇ ਦੇ ਉੱਪਰ ਹੁੰਦੇ ਆ, ਤੇ ਸਾਨੂੰ ਕਈ ਵਾਰ ਉਹਦਾ ਜਨੂਨ, ਉਹਦਾ ਸਰੂਰ ਇੰਨਾ ਜ਼ਿਆਦਾ ਹੁੰਦਾ ਕਿ ਅਸੀਂ ਭੁੱਲ ਜਾਂਦੇ ਆ। ਸਾਨੂੰ ਲੱਗਦਾ ਕਿ ਬੁਢਾਪਾ ਤੇ ਖਰੇ ਸਾਡੇ ਤੇ ਆਉਣਾ ਹੀ ਨਹੀਂ ਹੈਗਾ, ਪਰ ਮੈਨੂੰ ਲੱਗਦਾ ਕਿ ਇਹ ਇੱਕ ਸਬਕ ਹੁੰਦਾ ਹੈਗਾ ਵੀਰੋ। ਅਸੀਂ ਜਦੋਂ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੋਈ ਅਹੁਦਾ ਬਖਸ਼ਿਆ ਹੈਗਾ, ਅਸੀਂ ਜਦੋਂ ਉਹਦੇ ਤੇ ਹੁੰਦੇ ਆ ਤਾਂ ਸਾਨੂੰ ਉਹਦਾ ਦੁਰ ਉਪਯੋਗ ਕਤਈ ਨਹੀਂ ਕਰਨਾ ਚਾਹੀਦਾ ਹੈਗਾ। ਰੱਬ ਜਾਣੇ ਕਿਹੜੇ ਵੇਲੇ ਕੀ ਹੋ ਜਾਣਾ ਹੈਗਾ। ਆਹ ਵੇਖੋ ਕੀ ਹੋ ਗਿਆ, ਅੱਜ ਮੈਂ ਗੱਲ ਕਰਕੇ ਹਟਿਆ, ਸੂਸੂ ਨਿਕਲ ਗਿਆ। ਸੂਸੂ ਕਿਸੇ ਦਾ ਕਿਤੇ ਵੀ ਕਦੀ ਵੀ ਨਿਕਲ ਸਕਦਾ ਹੈਗਾ, ਪਰ ਘੱਟੋ ਘੱਟ ਸਾਡੇ ਦਿਲ ਨੂੰ ਤਸੱਲੀ ਹੋਣੀ ਚਾਹੀਦੀ ਹੈ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੁੰਦਾ। ਬੰਦੇ ਨੂੰ ਆਪਣੇ ਆਪ ਨੂੰ ਪਤਾ ਹੀ ਹੁੰਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼। ਜੇ ਆਪਾਂ ਹਰ ਰੋਜ਼ ਆਪਣੇ ਆਪ ਨੂੰ ਖੋਜੀਏ ਤਾਂ ਫਿਰ ਆਪਾਂ ਬਹੁਤ ਸਾਰੇ ਗੁਨਾਹ ਕਰਨ ਤੋਂ ਆਪਾਂ ਗੁਰੇਜ਼ ਕਰਦੇ ਹੈਗੇ, ਹੋ ਜਾਂਦਾ ਹੈਗਾ, ਸਾਰਾ ਕੁਝ ਠੀਕ ਰਹਿੰਦਾ ਹੈਗਾ। ਅਖੀਰਲਾ ਸਵਾਲ ਹੈਗਾ ਬਾਜਵਾ ਜੀ, ਐਡਵੋਕੇਟ ਸਾਹਿਬ, ਜਦੋਂ ਇਹਨਾਂ ਨੂੰ ਉੱਥੇ ਸਜ਼ਾ ਸੁਣਾਈ ਜਾ ਰਹੀ ਸੀਗੀ ਉਸ ਵੇਲੇ ਇਹਨਾਂ ਦੇ ਹਾਲਾਤ ਕਿਹੋ ਜਿਹੇ ਸੀਗੇ? ਇੱਕ ਇਹ ਗੱਲ, ਤੇ ਦੂਜਾ ਜਦੋਂ ਪਹਿਲਾਂ ਤਰੀਕਾਂ ਭੁਗਤਣ ਆਉਂਦੇ ਹੁੰਦੇ ਸੀਗੇ ਉਦੋਂ ਤੇ ਜਿੱਦਣ ਸਜ਼ਾ ਹੋਈ ਆ, ਦੋਨਾਂ ਚੀਜ਼ਾਂ 'ਚ ਕੁਝ ਫਰਕ ਸੀਗਾ? ਵੇਖੋ ਜੀ, ਜਦੋਂ ਇਹ ਤਰੀਕਾਂ ਭੁਗਤਣ ਆਉਂਦੇ ਸੀਗੇ ਉਦੋਂ ਇਹਨਾਂ ਦਾ ਜਿਹੜਾ ਦਬਦਬਾ ਸੀ ਉਹ ਹੁੰਦਾ ਸੀਗਾ ਪਰਿਵਾਰ ਨੂੰ ਡਰਾਉਣ ਵਾਲਾ, ਆਪਣੀ ਦਹਿਸ਼ਤ ਜਿਹੜੀ ਆ ਉਹ ਫੈਲਾਉਣ ਵਾਸਤੇ ਉੱਚੀ ਉੱਚੀ ਗੱਲਾਂ ਕਰਨੀਆਂ, ਇੱਕ ਦਬਦਬਾ ਬਣਾਉਣਾ ਵੀ ਇਹ ਜਿਹੜਾ ਪਰਿਵਾਰ ਆ ਡਰ ਜੇ। ਜਿਸ ਦਿਨ ਇਹ ਦੋਸ਼ੀ ਕਰਾਰ ਦੇ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਘੱਲਤਾ, ਸਜ਼ਾ ਵਾਸਤੇ 14 ਤਰੀਕ ਕੀਤੀ, ਤੇ 14 ਤਰੀਕ ਨੂੰ ਜਿਹੜਾ ਇਹਨਾਂ ਦੇ ਹਾਵ ਭਾਵ ਸੀ ਉਹ ਸਾਰੇ ਉੱਡੇ ਹੋਏ ਸੀ। ਜੱਜ ਸਾਹਿਬ ਦੇ ਗਾੜੀ ਹੱਥ ਜੋੜ ਕੇ ਮਿਹਨਤਾਂ ਤਰਲੇ ਕਰ ਰਹੇ ਸੀ, ਜਿਹੜੇ ਕਦੀ ਇਹਨਾਂ ਦੇ ਲੋਕ ਜਾ ਕੇ ਮਿਹਨਤਾਂ ਤਰਲੇ ਕਰਦੇ ਸੀਗੇ। ਰੱਬ ਨੇ ਇਹਨਾਂ ਕੋਲੋਂ ਉੱਥੇ ਗਿੜਗੜ ਗਾਉਂਦੇ ਹੋਏ ਸਾਰੇ ਕੋਰਟ ਨੇ ਵੀ ਵੇਖੇ, ਪਰਿਵਾਰ ਨੇ ਵੀ ਵੇਖੇ,
ਪਰ ਇਹਨਾਂ ਦੇ ਜਿਹੜੇ ਉਦਣ ਚਿਹਰਿਆਂ ਦੇ ਉੱਤੇ ਕੋਈ ਰੌਣਕ ਨਹੀਂ ਸੀ, ਬਿਲਕੁਲ ਇਹ ਡਰੇ ਹੋਏ ਸੀਗੇ ਤੇ ਆਪਣੇ ਅੰਦਰੋਂ ਤੇ ਪੂਰਾ ਪਛਤਾਉਂਦੇ ਹੋਣੇ ਆ ਵੀ ਅਸੀਂ ਉਸ ਟਾਈਮ ਫੀਤੀਆਂ ਲਵਾਉਣ ਵਾਸਤੇ ਗਲਤ ਕੰਮ ਕੀਤਾ। ਭਾਵੇਂ ਉਹ ਸਾਹਮਣੇ ਤਾਂ ਨਹੀਂ ਸੀ ਕਹਿੰਦੇ, ਪਰ ਅੰਦਰ ਜਿਹੜੇ ਉਹਨਾਂ ਦੇ ਉਹ ਪੂਰੇ ਡਰੇ ਹੋਏ ਸੀ। ਜ਼ਰੂਰ। ਸੋ ਦਰਸ਼ਕੋ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਨੇ। ਮੈਨੂੰ ਲੱਗਦਾ ਕਿ ਕਹਾਣੀ ਬੜੀ ਲੰਮੇਰੀ ਹੈਗੀ ਆ। ਜਿਹੜਾ ਉਹ ਦੌਰ ਸੀਗਾ ਇਸ ਆਜ਼ਾਦ ਮੁਲਕ ਦੇ ਵਿੱਚ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਆਜ਼ਾਦ ਹੋ ਗਏ ਸੀਗੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ, ਪਰ ਜਿਹੜੇ ਸੰਘਰਸ਼ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਸੰਘਰਸ਼ ਕੀਤਾ, ਉਹ ਭਲੀ ਭਾਂਤ ਸਮਝਦੇ ਨੇ ਕਿ ਅਸੀਂ ਇੱਕ ਗੁਲਾਮੀ ਦੇ ਵਿੱਚ ਨਿਕਲ ਕੇ ਤੇ ਦੂਜੀ ਗੁਲਾਮੀ ਦੇ ਵਿੱਚ ਪੈ ਗਏ। ਜਿਹੜੇ ਦੂਜੀ ਗੁਲਾਮੀ ਨੂੰ ਤੋੜਨ ਦੇ ਵਾਸਤੇ ਜਦੋਜਹਿਦ ਕਰਦੇ ਨੇ, ਉਹਨਾਂ ਦੇ ਉੱਪਰ ਅੱਤਵਾਦੀਆਂ ਦੇ ਟੈਗ ਲਗਾਏ ਜਾਂਦੇ ਨੇ ਕਿ ਇਹ ਟੈਰੋਰਿਸਟ ਨੇ। ਪਰ ਟੈਰੋਰਿਸਟ ਦੀ ਪਰਿਭਾਸ਼ਾ ਵੀ ਸਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿ ਟੈਰੋਰਿਸਟ ਕੌਣ ਹੁੰਦਾ ਹੈ ਔਰ ਟੈਰੋਰਿਜ਼ਮ ਕਿਹਨੂੰ ਕਿਹਾ ਜਾਂਦਾ ਹੈਗਾ, ਟੈਰਰਿਜ਼ਮ ਕੀ ਹੁੰਦਾ ਹੈਗਾ, ਉਹਦੀ ਸਾਨੂੰ ਪਰਿਭਾਸ਼ਾ ਵੀ ਪਤਾ ਹੋਣੀ ਚਾਹੀਦੀ ਹੈ। ਫਿਰ ਆਪਾਂ ਸਹਿਜੇ ਹੀ ਸਮਝ ਸਕਦੇ ਹਾਂ ਕਿ ਜ਼ਰੂਰੀ ਨਹੀਂ ਹੈਗਾ ਕਿ ਜਿਨ੍ਹਾਂ ਨੂੰ ਮੀਡੀਆ ਦੇ ਰਾਹੀਂ, ਜ਼ਰੂਰੀ ਨਹੀਂ ਹੈਗਾ ਕਿ ਜਿਨ੍ਹਾਂ ਨੂੰ ਅਖਬਾਰਾਂ ਦੇ ਰਾਹੀਂ, ਜ਼ਰੂਰੀ ਨਹੀਂ ਹੈਗਾ ਕਿ ਜਿਨ੍ਹਾਂ ਨੂੰ ਹਕੂਮਤਾਂ ਪ੍ਰਚਾਰ ਦੇਣ ਉਹੀ ਟੈਰੋਰਿਸਟ ਹੁੰਦੇ ਨੇ। ਕਈ ਵਾਰ ਉਹ ਲੋਕ ਵੀ ਟੈਰੋਰਿਸਟ ਹੁੰਦੇ ਨੇ ਜਿਹੜੇ ਆਮ ਲੋਕਾਂ ਦੀਆਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਲੋਕਾਂ ਨੂੰ ਬਹਿਲਾ ਕੇ ਉਹਨਾਂ ਦੀਆਂ ਵੋਟਾਂ ਲੈ ਕੇ ਤੇ ਫਿਰ ਤੁਹਾਡੇ ਤੇ ਕਾਬਜ਼ ਹੋ ਕੇ ਬਹਿ ਜਾਂਦੇ ਹੁੰਦੇ ਆ। ਸਾਨੂੰ ਆਮ ਲੋਕਾਂ ਨੂੰ ਵੀ ਇਹ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਮਾਤਾ ਜੀ ਤੁਸੀਂ ਗੱਲ ਕਰਕੇ ਹਟੇ ਆਪਾਂ ਉਹਨਾਂ ਦੇ ਨਾਲ, ਪਹਿਲਾਂ ਤੁਸੀਂ ਦੇਖੋ ਉਹਨਾਂ ਦੀ ਅੱਖਾਂ, ਉਹਨਾਂ ਦਾ ਚਿਹਰਾ ਇੱਕ ਮਾਂ ਨੂੰ ਕਦੇ ਵੀ ਨਹੀਂ ਭੁੱਲ ਸਕਦਾ ਹੈਗਾ। 31 ਵਰੇ ਸਾਨੂੰ ਲੱਗਦਾ ਕਿ, ਪਰ ਉਸ ਮਾਂ ਨੂੰ ਪੁੱਛਿਆ ਜਾਣੀਆਂ ਉਹਨੂੰ ਲੱਗਦਾ ਹੋਊਗਾ ਕਿ ਮੇਰਾ ਬੇਟਾ ਕੱਲ੍ਹ, ਜਿਹਨੇ ਆਪਣੇ ਪੁੱਤ ਦੇ ਅੰਤਮ ਦਰਸ਼ਨ ਹੀ ਨਹੀਂ ਕੀਤੇ ਹੈਗੇ, ਜਦੋਂ ਆਪਣੇ ਹੱਥੀਂ ਸੰਸਕਾਰ ਕੀਤਾ ਹੋਵੇ ਫਿਰ ਯਕੀਨ ਹੁੰਦਾ ਹੈਗਾ ਕਿ ਆਹ ਸਾਰਾ ਕੁਝ ਆਪਣੇ ਹੱਥੀਂ ਕਰ ਲਿਆ ਹੈਗਾ। ਪਰ ਜਦੋਂ ਤੁਹਾਨੂੰ SSP ਜਾਂ ਕੋਈ ਵੱਡਾ ਅਫਸਰ ਆਖੇ ਕਿ ਤੁਸੀਂ ਜਾ ਕੇ ਘਰੇ ਭੋਗ ਪਾ ਲਓ, ਤਾਂ ਫਿਰ ਕਈ ਵਾਰ ਤਾਂ ਯਕੀਨ ਹੀ ਨਹੀਂ ਆਉਂਦਾ ਹੈਗਾ। ਕਈ ਵਾਰ ਬਾਹਰ ਗੇਟ ਖੜਕਦਾ, ਐਵੇਂ ਲੱਗਦਾ ਕਿ ਮੇਰਾ ਪੁੱਤ ਆ ਗਿਆ। ਕਈ ਵਾਰ ਬਾਹਰ ਖੜਕਾ ਹੁੰਦਾ ਰਾਤ ਨੂੰ ਤੇ ਮਾਂ ਨੂੰ ਕਈ ਵਾਰ ਲੱਗਦਾ ਕਿ ਮੇਰਾ ਪੁੱਤ ਆ ਗਿਆ, ਆ ਗਿਆ, ਆ ਗਿਆ। ਇੱਦਾਂ ਦੇ ਹਾਲਾਤ ਹੁੰਦੇ ਨੇ। ਪਰ ਆਪਾਂ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜਿਹੜੇ ਜੇਲ੍ਹ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਪਛਤਾਵਾ ਹੋਣਾ ਚਾਹੀਦਾ। ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਨੂੰ ਜ਼ਰੂਰ ਜਾ ਕੇ ਸਮਝਾਉਣ। ਔਰ ਅਖੀਰ ਦੇ ਵਿੱਚ ਆਪਾਂ ਕਹਿਣਾ ਚਾਹੁੰਦੇ ਹੈਗੇ ਹਾਂ ਕਿ ਜਿਹੜੇ ਲੋਕ ਸੱਤਾ ਦੇ ਉੱਪਰ ਕਾਬਜ਼ ਹੁੰਦੇ ਨੇ, ਜਿਹੜੇ ਕਿਸੇ ਵੀ ਅਹੁਦੇ ਦੇ ਉੱਪਰ ਬੈਠੇ ਹੋਏ ਨੇ, ਆਪਣੇ ਅਹੁਦੇ ਦਾ ਸਾਨੂੰ ਕਦੇ ਵੀ ਦੁਰਉਪਯੋਗ ਨਹੀਂ ਕਰਨਾ ਚਾਹੀਦਾ। ਸਾਨੂੰ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਿੱਦਾਂ ਸਾਡੇ ਅੱਜ ਆਪਣੇ ਪਰਿਵਾਰ ਸਾਨੂੰ ਚੇਤੇ ਆਉਂਦੇ, ਮੇਰੀ ਵਾਈਫ ਹੈ, ਮੈਨੂੰ ਬਿਮਾਰੀਆਂ ਲੱਗੀਆਂ ਨੇ, ਮੇਰਾ ਪੁੱਤ ਵਾ, ਮੇਰੇ ਪੋਤਰੇ ਨੇ, ਇੱਦਾਂ ਹੀ ਦੂਜਿਆਂ ਦੇ ਨਾਲ ਵੀ ਆ ਸਾਰਾ ਕੁਛ ਹੁੰਦਾ ਹੈਗਾ। ਦੂਜਿਆਂ ਵੱਲ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੁੰਦਾ। ਲੋਕਾਂ ਦੀ ਸੇਵਾ ਕਰਨ ਵਾਸਤੇ ਇਹ ਵਰਦੀ ਪਵਾਈ ਗਈ ਸੀ ਸਰਕਾਰ ਵੱਲੋਂ, ਨਾ ਕਿ ਲੋਕਾਂ ਦੇ ਘਰ ਉਜਾੜਨ ਦੇ ਵਾਸਤੇ। ਜਿਹੜੇ ਅੱਜ ਵੀ ਨਸ਼ੇ, ਆ ਤੁਸੀਂ ਦੇਖਿਆ 2 ਦਿਨ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਆ, ਪੁਲਿਸ ਵਾਲਿਆਂ ਦੇ ਕੋਲੋਂ ਚਿੱਟਾ ਬਰਾਮਦ ਹੋਇਆ। ਸੋ ਜਦੋਂ ਉਲਟੀ ਵਾੜ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਉਸ ਖੇਤ ਦਾ ਵਾਲੀ ਵਾਰਸ ਕੌਣ ਹੁੰਦਾ? ਜਿਹੜੇ ਖੇਤ ਨੂੰ ਬਚਾਉਣ ਵਾਸਤੇ ਜਦੋਜਹਿਦ ਕਰਦੇ ਆ ਉਹਨਾਂ ਨੂੰ ਕਹਿੰਦੇ ਜੀ ਅੱਤਵਾਦੀ ਹੈ, ਸਰਕਾਰਾਂ ਦੇ ਖਿਲਾਫ ਸੰਘਰਸ਼ ਕਰਦੇ ਆ। ਸੋ ਆਪਾਂ ਉਮੀਦ ਕਰਦੇ ਹਾਂ। ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਸਿਰਫ ਤੁਹਾਨੂੰ ਦਿਲਾਸਾ ਹੀ ਦੇ ਸਕਦੇ ਹਾਂ। ਵਕੀਲ ਸਾਹਿਬ ਤੁਹਾਡਾ ਕੇਸ ਲੜਿਆ ਤੇ ਚਲੋ ਉਹਨਾਂ ਨੂੰ ਸਜ਼ਾ ਹੋਈ, ਅੱਜ ਜੇਲ੍ਹ ਦੇ ਵਿੱਚ ਹੈਗੇ ਨੇ। ਜਾਂਦੇ ਜਾਂਦੇ ਕੁਛ ਮਨ ਦੀ ਗੱਲ ਕੋਈ? ਬੜਾ ਇਹਨਾਂ ਨੇ ਕਸ਼ਟ ਕੀਤਾ ਸਾਡੇ ਨਾਲ, ਜੀ। ਬਹੁਤ ਕੀਤਾ ਜੀ। ਜਗਜੀਤ ਸਿੰਘ ਨੇ ਵੀ ਅਜੇ ਵੀ ਸਾਨੂੰ ਫੋਨ ਆਉਂਦੇ ਆ, ਬਹੁਤ ਸਾਨੂੰ, ਮੈਨੂੰ ਗੁਰਜੀਤ ਵਰਗਾ ਲੱਗਦਾ ਜੀ। ਜਿਹੋ ਜਿਹਾ ਮੇਰਾ ਬੱਚਾ ਉਹ ਜਿਹਾ ਉਹ ਲੱਗਦਾ ਜੀ। ਜ਼ਰੂਰ ਇੱਕ ਮਾਂ ਦਾ ਦਰਦ ਹੈਗਾ। ਸੋ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੰਨੀਆਂ ਵੀ ਗੱਲਾਂ ਬਾਤਾਂ ਹੋਈਆਂ ਨੇ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਕਿ ਤੁਹਾਨੂੰ ਲੱਗਦਾ ਕਿ 31 ਵਰਿਆਂ ਬਾਅਦ ਜੋ ਵੀ ਇਹ ਹੋਇਆ ਹੈਗਾ ਇਹਨੂੰ ਇਨਸਾਫ ਕਿਹਾ ਜਾ ਸਕਦਾ ਹੈ। ਘੱਟੋ ਘੱਟ ਇਸ ਸਵਾਲ ਦਾ ਜਵਾਬ ਦੇਣ ਦੀ ਤੁਸੀਂ ਵੀ ਜ਼ਰੂਰ ਕੋਸ਼ਿਸ਼ ਕਰਿਓ। ਆਪਾਂ ਚੱਲਦੇ ਹਾਂ ਅਗਲੇ ਪਰਿਵਾਰ ਦੇ ਕੋਲ ਵੀ, ਲਾਗੇ ਇੱਕ ਹੋਰ ਪਿੰਡ ਹੈਗਾ, ਉੱਥੇ ਵੀ ਮੈਂ ਤੁਹਾਨੂੰ ਲੈ ਕੇ ਚੱਲਦਾ।